चन्ना वे मेरा दिल करदा, चन्ना वे मेरा दिल करदा, मैं भी मस्सिया दे मेले नू जावां, चन्ना वे मेरा दिल करदा। ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸਾਡੀਆਂ ਅੱਖਾਂ ਦੋਨਾਂ ਦੀਆਂ ਲਾਲ ਹੁੰਦੀਆਂ ਸੀ। ਬੱਚੇ ਕਹਿੰਦੇ ਹੁੰਦੇ ਸੀ ਤੁਸੀਂ ਸੌਂਦੇ ਨਹੀਂ ਹੈਗੇ, ਤੁਹਾਡੀਆਂ ਅੱਖਾਂ ਲਾਲ ਰਹਿੰਦੀਆਂ, ਟੀਵੀ ਦੇਖਦੇ ਹੋ, ਫੋਨ ਚਲਾਉਂਦੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਅਸੀਂ ਰਾਤਾਂ ਰਾਤਾਂ ਨੂੰ ਪ੍ਰੋਗਰਾਮ ਕਰਕੇ ਆਉਂਦੇ ਆ। मैं भी मस्सिया दे मेले नू जावां, चन्ना वे मेरा दिल करदा, वे कुड़ती सवा दे कुटवी। इदां दी मैंटेलिटी है कि ऑर्केस्ट्रा वालियां आ गईयां ਜਾਂ ਡਾਂਸਰਸ ਆ ਗਈਆਂ, ਨੱਚਣ ਵਾਲੀਆਂ ਆ ਗਈਆਂ, ਕਿ ਕਹਿ ਦਿੰਦੇ ਆ। ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਰਕੈਸਟਰਾ ਵਾਲੀਆਂ ਕੁੜੀਆਂ ਵੀ ਤਾਂ ਕਿਸ ਦੀਆਂ ਧੀਆਂ ਨੇ, ਉਹ ਵੀ ਕੋਈ ਕੰਮ ਕਰ ਰਹੀਆਂ ਨੇ। ਉਹ ਵੀ ਕੰਮ ਕਰਨਾ ਸੌਖਾ ਨਹੀਂ ਹੈਗਾ, ਇੰਨਾ ਟਾਈਮ ਆਪਣੇ ਆਪ ਨੂੰ ਪਰਫਾਰਮ ਕਰਨਾ ਹੈ ਨਾ, ਇੰਨੀ ਮਿਹਨਤ ਕਰਨੀ, ਖੂਨ ਪਸੀਨਾ ਇਹਦੀ ਉਹਨਾਂ ਦੀ ਕਮਾਈ ਆ। ਜਦੋਂ ਮੌਸਮ ਹੁੰਦਾ ਸੀ ਨਾ ਤੇ ਸਾਡੇ ਘਰ ਦੇ ਵਿੱਚ ਅੰਦਰ ਪਾਣੀ ਆ ਜਾਂਦਾ ਸੀਗਾ, ਸਾਨੂੰ ਨਹੀਂ ਪਤਾ ਲੱਗਦਾ ਹੁੰਦਾ ਸੀ। ਕਈ ਵਾਰੀ ਸੁੱਤੇ ਪਿਆ ਸਾਡੇ ਬੈੱਡ ਦੇ ਵਿੱਚ ਹੈ ਨਾ, ਬੂਹੇ ਦੇ ਵਿੱਚ ਮਤਲਬ ਗੋਡਿਆਂ ਗੋਡਿਆਂ ਤੱਕ ਪਾਣੀ ਆ ਜਾਂਦਾ ਸੀ। ਅਸੀਂ ਉਹ ਦਿਨ ਵੀ ਕੱਟੇ ਆ। ਅਸੀਂ ਕਹਿਣਾ ਕੋਈ ਨਾ, ਕਿਰਾਇਆ ਘੱਟ ਹੈ, ਸੁੱਕ ਜਾਂਦੇ ਨੇ ਬਿਸਤਰੇ, ਧੁੱਪ ਲਵਾ ਲੈਣੀ, ਫਿਰ ਉੱਦਾਂ ਹੀ ਗੁਜ਼ਾਰਾ ਕਰਨਾ। ਪਹਿਲਾਂ ਤੁਰ ਕੇ ਜਾਣਾ, ਸਾਡੇ ਕੋਲ ਕੋਈ ਸਕੂਟੀ ਨਹੀਂ, ਕੋਈ ਕੁਛ ਨਹੀਂ, ਜਾਂ ਸਾਈਕਲ ਨਹੀਂ ਸੀਗਾ। ਤੁਰ ਤੁਰ ਕੇ ਜਾਣਾ, ਲੋਕਾਂ ਨੇ ਸੁੱਤਿਆ ਹੋਣਾ, ਅਸੀਂ ਸੜਕਾਂ 'ਤੇ ਤੁਰ ਤੁਰ ਕੇ ਧੁੱਪਾਂ ਦੇ ਵਿੱਚ ਮੈਂ ਦੁਪੱਟਾ ਫੇਸ ਕਵਰ ਕਰ ਲੈਣਾ ਹੈ ਨਾ, ਤੁਰ ਤੁਰ ਕੇ। ਵੀ ਕੀ ਕਰੀਏ ਵਾਹਿਗੁਰੂ ਮਹਾਰਾਜ ਜੀ, ਤੁਸੀਂ ਇੱਦਾਂ ਦੇ ਦਿਨ ਵੀ ਸਾਨੂੰ ਦਿਖਾਣੇ ਸੀ ਕਿ ਕਿਰਾਏ 'ਤੇ ਵੀ ਨਹੀਂ ਸਾਨੂੰ ਘਰ ਲੱਭ ਰਿਹਾ। ਤਾਂ ਫਿਰ ਐਸੀ ਕੰਡੀਸ਼ਨ ਆ ਗਈ ਕਿ ਇੱਕ ਟਾਈਮ ਅਸੀਂ ਸਵੇਰੇ ਰੋਟੀ ਖਾਣੀ, ਦੁਪਹਿਰ ਦਾ ਪਤਾ ਨਹੀਂ ਹੁੰਦਾ ਸੀ, ਜਾਂ ਸ਼ਾਮ ਨੂੰ ਖਿਚੜੀ ਬਣਾ ਲੈਣੀ। ਐਦਾਂ ਦੀ ਕੰਡੀਸ਼ਨਸ ਦੇਖੀਆਂ ਨੇ ਕਿ ਅਸੀਂ ਦੋ ਦੋ ਟਾਈਮ ਭੁੱਖੇ ਵੀ ਰਹੇ ਹਾਂ। ਹਾਂਜੀ, ਬਹੁਤ ਰਿਸ਼ਤੇਦਾਰਾਂ ਨੇ ਕਿਹਾ ਕਿ ਹੈ ਨਾ ਕਿ ਇਹ ਗਾਉਂਦੀਆਂ ਨੇ ਜਾਂ ਇਹਨਾਂ ਦਾ ਤਾਂ ਨੱਚਦੀਆਂ ਫਿਰਦੀਆਂ ਨੇ, ਕੰਜਰ ਕੀਤਾ ਖੋਲ੍ਹਿਆ ਹੋਇਆ, ਬਹੁਤ ਕੁਝ ਸੁਣਨ ਨੂੰ ਮਿਲਦਾ। ਮੂੰਹ ਤੇ ਨਹੀਂ ਕਰਦਾ ਅਗਲਾ, ਪਿੱਠ ਪਿੱਛੇ ਬਹੁਤ ਕੁਝ ਗੱਲਾਂ ਸੁਣਨ ਨੂੰ ਮਿਲੀਆਂ, ਪਰ ਅਸੀਂ ਉਹ ਗੱਲਾਂ ਨੂੰ ਇਗਨੋਰ ਕਰਕੇ ਆਪਣਾ ਅੱਗੇ ਵਧੇ ਹਾਂ, ਕਿਉਂਕਿ ਲੋਕਾਂ ਦਾ ਕੰਮ ਹੁੰਦਾ ਬੋਲਣਾ। ਕਦੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਜਾਂ ਉਹਨਾਂ ਨਾਲ ਗੱਲ ਕੀਤੀ ਤੁਸੀਂ ਦਲੇਰ ਮਹਿੰਦੀ ਹੋਣ ਨਾਲ? ਹਾਂਜੀ ਹਾਂਜੀ, ਉਹ ਮੇਰੇ ਫੁੱਫੜ ਜੀ ਲੱਗਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਮਨਦੀਪ ਕੌਰ ਸੰਧੂ। ਇੱਕ ਘਰ ਪਹੁੰਚੇ ਸਾਂ ਕਿਉਂਕਿ ਬਹੁਤ ਹੀ ਪਿਆਰੀਆਂ ਧੀਆਂ ਵਾਹਿਗੁਰੂ ਨੇ ਉਸ ਘਰ 'ਚ ਦਿੱਤੀਆਂ, ਔਰ ਇੰਨਾ ਸੋਹਣਾ ਗਾਉਂਦੀਆਂ ਨੇ ਕਿ ਜਦੋਂ ਵੀ ਉਹਨਾਂ ਕੋਈ ਸੁਣਦਾ ਤਾਂ ਦਿਲ ਕਰਦਾ ਸੁਣਦੇ ਰਹੀਏ। ਜਦੋਂ ਗੱਲਾਂ ਬਾਤਾਂ ਕੀਤੀਆਂ ਤਾਂ ਸ਼ਾਇਦ ਮੈਂ ਫਰੇਮ ਕਵਾਂਗੀ ਭਾਜੀ ਨੂੰ ਕਿ ਸਾਰਾ ਫੁੱਲ ਫਰੇਮ ਖੋਲ ਦਿਓ। ਇਹਨਾਂ ਦੋਨਾਂ ਬੇਟੀਆਂ ਨੂੰ ਵੀ ਦਿਖਾਵਾਂਗੇ ਤੇ ਨਾਲ ਮਾਤਾ ਜੀ ਬੈਠੇ ਆ ਉਹ ਵੀ ਦਿਖਾਵਾਂਗੇ, ਕਿਉਂਕਿ ਅਸੀਂ ਹਾਲੇ ਗੱਲ ਸ਼ੁਰੂ ਕਰਨੀ ਸੀ ਪਰ ਸ਼ੁਰੂ ਤੋਂ ਪਹਿਲਾਂ ਹੀ ਜਿਹੜਾ ਮਾਹੌਲ ਬੜਾ ਭਾਵੁਕ ਹੋ ਗਿਆ। ਮਾਤਾ ਜੀ ਹੁਣੀ ਬੜੇ ਭਾਵੁਕ ਹੋ ਗਏ ਨੇ ਕਿਉਂਕਿ ਜੋ ਇਹ ਧੀਆਂ ਨੇ ਦੇਖਿਆ ਹੈ। ਪਰਪਸ ਕੁਛ ਹੋਰ ਸੀ ਇੰਟਰਵਿਊ ਕਰਨ ਦਾ, ਪਰ ਹੁਣ ਕੁਛ ਹੋਰ ਬਣ ਗਿਆ ਹੈਗਾ। ਪਰ ਮੈਂ ਸਭ ਤੋਂ ਪਹਿਲਾਂ ਨਾ ਇਹਨਾਂ ਦੀ ਆਵਾਜ਼ ਤੁਹਾਨੂੰ ਸੁਣਾਵਾਂਗੀ, ਤੁਸੀਂ ਖੁਦ ਬ ਖੁਦ ਇਹ ਪੂਰੀ ਇੰਟਰਵਿਊ ਸੁਣਨ ਦੇ ਲਈ ਮਜਬੂਰ ਹੋ ਜਾਓਗੇ ਕਿ ਇਹ ਇੰਟਰਵਿਊ ਸੁਣਨੀ ਬੇਹੱਦ ਜ਼ਰੂਰੀ ਹੈ, ਔਰ ਕੀ ਕੁਛ ਇਹ ਸਹਿ ਰਹੇ ਨੇ ਜਾਂ ਸਹਿ ਚੁੱਕੀਆਂ ਨੇ ਜਾਂ ਅੱਗੇ ਕੀ ਕੁਛ ਸਹਿਣਾ ਪੈ ਰਿਹਾ ਹੈਗਾ ਆ। ਤਾਂ ਸਭ ਤੋਂ ਪਹਿਲਾਂ ਮੈਂ ਇੱਧਰ ਮੇਰੇ ਨਾਲ ਸਾਹਿਬ ਨੇ, ਸਾਹਿਬ ਦੇ ਨਾਲ ਉਹਨਾਂ ਦੀ ਛੋਟੀ ਭੈਣ ਪੁਨੀਤ ਹੈ, ਔਰ ਮੇਰੇ ਨਾਲ ਇੱਧਰ ਇਹਨਾਂ ਦੇ ਮਾਤਾ ਜੀ ਨੇ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਵਾਜ਼ ਸੁਣਾਉਣੀ ਆ। ਆਵਾਜ਼ ਸੁਣਨ ਤੋਂ ਬਾਅਦ ਤੁਸੀਂ ਇਸ ਇੰਟਰਵਿਊ ਨੂੰ ਸਕਿਪ ਨਹੀਂ ਕਰਨਾ, ਲਗਾਤਾਰ ਸੁਣਨਾ ਹੈ। ਤੁਹਾਨੂੰ ਜਿਹੜੀ ਅਸਲੀ ਜ਼ਿੰਦਗੀ ਕਿਵੇਂ ਜਿਉਣੀ ਆ ਔਰ ਕਿਸ ਤਰੀਕੇ ਨਾਲ ਧੀਆਂ ਜਿਉਂਦੀਆਂ ਨੇ ਉਹ ਅਹਿਮੀਅਤ ਪਤਾ ਲੱਗੇਗੀ। ਸਭ ਤੋਂ ਪਹਿਲਾਂ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਜੋ ਸਭ ਤੋਂ ਪਹਿਲਾਂ ਸੀ ਮੈਂ ਚਾਹਾਂਗੀ ਕਿ ਮੈਂ ਤੁਹਾਡੇ ਦੋ ਬੋਲ ਇੱਕ ਵਾਰੀ ਸਾਰਿਆਂ ਨੂੰ ਸੁਣਾਵਾਂਗੀ। चन्ना वे मेरा दिल करदा, चन्ना वे मेरा दिल करदा, मैं भी मस्सिया दे मेले नू जावां, चन्ना वे मेरा दिल करदा, वे कुड़ती सवा दे कुटवी, वे कुड़ती सवा दे कुटवी, उत्तों चांदी दे बटन लवावां, उत्तों चांदी दे बटन लवावां, चन्ना वे मेरा दिल करदा, चन्ना वे मेरा दिल करदा, मैं भी मस्सिया दे मेले नू जावां, चन्ना वे मेरा दिल करदा।
ਕਰਦਾ ਵੇ ਕੁੜਤੀ ਸਵਾ ਦੇ ਕੁੱਟਵੀਂ। ਕਿਆ ਬਾਤ ਹੈ ਜੀ, ਆਵਾਜ਼ ਬਾ ਕਮਾਲ ਹੈ। ਔਰ ਤੁਸੀਂ ਪਹਿਲੀ ਤਸਵੀਰ ਦੇਖੀ ਹੋਏਗੀ, ਮਾਤਾ ਜੀ ਬੜੇ ਭਾਵੁਕ ਹੋਏ ਸੀ, ਕਿਉਂ ਹੋਏ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਪਰ ਸਭ ਤੋਂ ਪਹਿਲਾਂ ਤਾਂ ਸਾਹਿਬ ਮੈਂ ਇਹ ਜਾਣਨਾ ਚਾਹਾਂਗੀ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਉਤਰਾਅ ਚੜਾਅ ਤਾਂ ਚੱਲਦੇ ਰਹਿੰਦੇ ਨੇ, ਹੁਣ ਕਿਵੇਂ ਦੀ ਚੱਲ ਰਹੀ ਹੈ? ਹੁਣ ਤਾਂ ਫਿਲਹਾਲ ਮੈਮ ਬਹੁਤ ਵਧੀਆ ਚੱਲ ਰਹੀ ਹੈ ਅੱਗੇ ਨਾਲੋਂ। ਪਹਿਲਾਂ ਬਹੁਤ ਹੀ ਮੁਸ਼ਕਿਲਾਂ ਆਈਆਂ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਅੱਗੇ ਨਾਲੋਂ ਥੋੜ੍ਹਾ ਜਿਹਾ ਸੁਧਾਰ ਹੈ। ਪਰ ਹਜੇ ਵੀ ਚਾਹੁੰਦੇ ਹਾਂ ਕਿ ਹੋਰ ਵੀ ਵਧੀਆ ਹੋਵੇ। ਹਾਂਜੀ। ਹਾਂ ਬਿਲਕੁਲ। ਗਾਣਾ ਬੜੇ ਆਵਾਜ਼ ਬੜੀ ਬਾਕਮਾਲ ਹੈ। ਆਪਾਂ ਜਦੋਂ ਪਹਿਲੀ ਵਾਰ ਮਿਲੇ ਸੀ, ਅੱਜ ਤੋਂ 1.5-2 ਸਾਲ ਪਹਿਲਾਂ ਆਪਣੀ ਹਾਂਜੀ। ਮੁਲਾਕਾਤ ਹੋਈ ਸੀ ਨਾ, ਮੈਂ ਉਦੋਂ ਵੀ ਤੁਹਾਨੂੰ ਜਦੋਂ ਇੰਟਰਵਿਊ ਕੀਤਾ ਉਦੋਂ ਇੰਨਾ ਨਹੀਂ ਪਤਾ ਸੀਗਾ ਕਿ ਤੁਸੀਂ ਕਿਹੜੀਆਂ ਮੁਸ਼ਕਲਾਂ ਚੋਂ ਗੁਜ਼ਰ ਰਹੇ ਹੈਗੇ ਹੋ। ਉਦੋਂ ਆਪਾਂ ਧੀਆਂ ਦੇ ਮੇਲੇ ਤੇ ਮਿਲੇ ਸੀ ਹਨਾ। ਬਿਲਕੁਲ। ਅੱਜ ਦੁਬਾਰਾ ਮਿਲਣ ਦਾ ਸਬੱਬ ਜਦੋਂ ਪੈਦਾ ਹੋਇਆ ਤਾਂ ਕੁਝ ਹੋਰ ਸੋਚਿਆ ਸੀ, ਅੱਜ ਕੁਝ ਮੇਰੀਆਂ ਬਿਲਕੁਲ ਥਾਟ ਹੀ ਬਦਲ ਕੇ ਹਨਾ ਕਿਸ ਘਰ ਦੇ ਵਿੱਚ ਆ ਕੇ ਕਿ ਤੁਸੀਂ ਕੀ ਕੁਝ ਸਹਿ ਰਹੇ ਹੋ। ਇਹ ਕਹਿੰਦੇ ਕਿ ਧੀਆਂ ਨਾ ਬੜੀਆਂ ਫੁੱਲਾਂ ਵਾਂਗ ਹੁੰਦੀਆਂ ਨੇ, ਮਾਂ ਪਿਓ ਨੂੰ ਫੁੱਲਾਂ ਦੇ ਵਾਂਗ ਰੱਖਦੇ ਨੇ, ਪਰ ਇਹ ਜਿਹੜੀਆਂ ਇਹ ਫੁੱਲ ਨੇ ਨਾ, ਇਹ ਪੱਥਰ ਵਰਗੀਆਂ ਬਣ ਜਾਂਦੀਆਂ ਨੇ, ਆਪਣੇ ਉੱਤੇ ਕਿੰਨਾ ਕੁਝ ਹੰਢਾਉਂਦੀਆਂ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾਗਾ। ਤਾਂ ਸਾਹਿਬ ਕੀ ਕੁਝ ਦੇਖ ਰਹੇ ਹੋ ਜਾਂ ਕੀ ਕੁਝ ਦੇਖਿਆ? ਹਾਂਜੀ ਮੈਮ, ਜਦੋਂ ਆਪਾਂ ਉਦੋਂ ਮਿਲੇ ਸੀ, ਕਿਉਂਕਿ ਉਹ ਸੀਗਾ ਇੱਕ ਮਾਹੌਲ, ਤੀਆਂ ਦਾ ਮੇਲਾ ਸੀ, ਉੱਥੇ ਤਾਂ ਮਾਹੌਲ ਹੀ ਕੁਛ ਹੋਰ ਸੀ। ਉਦੋਂ ਇੰਨਾ ਨਹੀਂ ਆਪਾਂ ਨੂੰ ਟਾਈਮ ਮਿਲਿਆ ਨਾ ਬੈਠਣ ਦਾ ਜਾਂ ਗੱਲਬਾਤ ਕਰਨ ਦਾ। ਅਤੇ ਕੀ ਹੁੰਦਾ ਕਿ ਜਦੋਂ ਆਪਾਂ ਹੌਲੀ ਹੌਲੀ ਮੁਸ਼ਕਿਲਾਂ ਆਪਣੇ 'ਤੇ ਆਉਂਦੀਆਂ ਨੇ, ਅਤੇ ਜਦੋਂ ਆਪਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ ਨਾ, ਤਾਂ ਆਪਾਂ ਸੱਚੀ ਪੱਥਰ ਦਿਲ ਹੀ ਹੋ ਜਾਂਦਾ। ਕਿਉਂਕਿ ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨਾ ਕੁੜੀਆਂ ਦੇ ਮੋਢਿਆਂ 'ਤੇ, ਪਹਿਲੀ ਗੱਲ ਤਾਂ ਮੇਰੀ ਜਿਹੜੀ ਇਹ ਸੋਚਣੀ ਹੈ ਕਿ ਆਪਾਂ ਨੂੰ ਕਦੇ ਵੀ ਆਪਣੀ ਆਇਡੈਂਟੀਟੀ ਚੇਂਜ ਨਹੀਂ ਕਰਨੀ ਚਾਹੀਦੀ। ਕਿ ਜਿਵੇਂ ਕਹਿ ਦਿੰਦੇ ਨੇ, ਮੈਂ ਇਹਨਾਂ ਨੂੰ ਮੁੰਡਿਆਂ ਵਾਂਗਰ ਪਾਲਿਆ, ਮੈਂ ਇਹਨਾਂ ਨੂੰ ਮੁੰਡਿਆਂ ਵਾਂਗਰ ਪਿਆਰ ਕੀਤਾ, ਮੈਨੂੰ ਇਹ ਗੱਲ ਬਿਲਕੁਲ ਨਹੀਂ ਅੱਛੀ ਲੱਗਦੀ। ਸਗੋਂ ਐਂ ਕਹਿਣਾ ਚਾਹੀਦਾ, ਇਹ ਵੀ ਕੁੜੀਆਂ ਨੇ, ਇਹ ਵੀ ਵਧੀਆ ਨੇ, ਇਹ ਇਹਨਾਂ ਨੂੰ ਕੁੜੀਆਂ ਵਾਂਗਰ ਪਾਲਿਆ। ਅਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਮੁੰਡਿਆਂ ਨੂੰ ਕਿਉਂ ਨਹੀਂ ਕਹਿੰਦੇ ਕੁੜੀਆਂ ਵਾਂਗਰ ਪਾਲਿਆ, ਜਾਂ ਮੁੰਡਿਆਂ ਨੂੰ ਕਿਉਂ ਨਹੀਂ ਕਹਿੰਦੇ ਆਪਾਂ ਗਿੱਧਾ ਪਾਉਂਦੇ ਹਾਂ। ਕਈ ਕੁੜੀਆਂ ਅੱਜ ਕੱਲ੍ਹ ਕਹਿ ਦਿੰਦੀਆਂ ਨੇ, ਟਰੈਂਡ ਬੜਾ ਚੱਲਿਆ, ਮੈਂ ਭੰਗੜਾ ਪਾਉਂਦੀ, ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਕਿ ਮੁੰਡੇ ਕਹਿੰਦੇ ਮੈਂ ਗਿੱਧਾ ਪਾਉਂਦਾ। ਇਸ ਕਰਕੇ ਆਪਣੀ ਆਇਡੈਂਟੀਟੀ ਸਾਨੂੰ ਕਦੇ ਵੀ ਨਹੀਂ ਬਦਲਣੀ ਚਾਹੀਦੀ। ਕੋਈ ਵੀ ਜਿਹੜੀਆਂ ਮੁਸ਼ਕਿਲਾਂ ਨੇ, ਉਹਨਾਂ ਨੂੰ ਹਮੇਸ਼ਾ ਉਹਨਾਂ ਦਾ ਵੱਧ ਤੋਂ ਵੱਧ ਇਕੁਅਲ ਹੀ ਰੱਖਣਾ ਚਾਹੀਦਾ ਹਰ ਕਿਸੇ ਨੂੰ, ਅਤੇ ਉਹਦਾ ਮੁਸ਼ਕਿਲਾਂ ਦਾ ਸਾਹਮਣਾ ਬਹੁਤ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ, ਅਤੇ ਹੋਰ ਵੀ ਵਧੀਆ ਦਿਨ ਆਉਂਦਾ। ਅਤੇ ਜਦੋਂ ਆਪਾਂ ਢੇਰੀ ਢਾਹ ਲੈਂਦੇ ਹਾਂ ਕਿ ਨਹੀਂ ਮੇਰੇ ਤੋਂ ਨਹੀਂ ਹੋਣਾ, ਪਰ ਜਦੋਂ ਕਰਦੇ ਹਾਂ ਕਿ ਯਾਰ ਧੱਕੇ ਖਾ ਕੇ ਕੁਛ ਮਿਲਦਾ, ਪਰ ਉਹਦਾ ਸਵਾਦ ਬਹੁਤ ਆਉਂਦਾ ਜਦੋਂ ਕੁਛ ਉਹ ਚੀਜ਼ ਮਿਲਦੀ ਹੈ। ਔਰ ਅਸੀਂ ਅਚੀਵ ਵੀ ਕੀਤਾ ਆ, ਕਿਉਂਕਿ ਪਹਿਲਾਂ ਅਸੀਂ ਵੀ ਛੋਟੇ ਹੁੰਦੇ ਮੰਮੀ ਨੂੰ ਕਹਿ ਦਿੰਦੇ ਸੀ ਕਿ ਅਸੀਂ ਨਹੀਂ ਇੱਥੇ ਰਿਹਰਸਲ ਕਰਨ ਜਾਣਾ, ਧੁੱਪ ਹੈ, ਅਸੀਂ ਤਾਂ ਨਹੀਂ ਜਾਣਾ ਪਰ ਮੰਮੀ ਨੇ ਸਾਨੂੰ ਕਦੇ ਨਹੀਂ ਐਂ ਘਰੇ ਬਹਿਣ ਦਿੱਤਾ, ਉੱਠੋ ਨਹੀਂ ਜਾਣਾ ਹੀ ਜਾਣਾ। ਇੱਥੇ ਧੁੱਪੇ ਵੀ ਮੰਮੀ ਸਾਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਸੀ ਕਿ ਕੀਰਤਨ ਸਿੱਖੋ, ਜਿੱਥੋਂ ਸਾਡੀ ਸ਼ੁਰੂਆਤ ਹੋਈ ਛੋਟੇ ਹੁੰਦਿਆਂ ਤੋਂ, ਜਿੱਥੇ ਸਾਨੂੰ ਗਾਣਾ ਆਇਆ। ਔਰ ਪਹਿਲਾਂ ਅਸੀਂ CBSE ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ, ਉੱਥੇ ਫੀਸ ਇੰਨੀ ਜ਼ਿਆਦਾ ਸੀ ਕਿ ਮੇਰੇ ਪਾਪਾ ਨਹੀਂ ਭਰ ਸਕਦੇ ਸੀ। ਤੁਹਾਨੂੰ ਪਤਾ ਕੀਰਤਨੀਆਂ ਦੀ ਕਮਾਈ ਕਿੰਨੀ ਕੁ ਹੁੰਦੀ ਹੈ, ਕਦੇ ਪਾਪਾ ਨੂੰ 500 ਮਿਲਦਾ, 200 ਮਿਲਦਾ, ਉਹ 'ਚ ਤਾਂ ਪੂਰੀ ਪੈਂਦੀ ਨਹੀਂ ਸੀ, ਕਿਉਂਕਿ ਅਸੀਂ ਰੈਂਟ 'ਤੇ ਰਹਿ ਰਹੇ ਹਾਂ, ਕਿਉਂਕਿ ਹਜੇ ਵੀ ਰੈਂਟ 'ਤੇ ਹਾਂ। ਪਰ ਉਦੋਂ ਨਹੀਂ ਫੀਸ ਭਰ ਹੁੰਦੀ ਸੀ, ਤਾਂ ਮੰਮੀ ਨੇ ਸਰਕਾਰੀ ਸਕੂਲ 'ਚ ਸਾਨੂੰ ਲਾਇਆ, ਸਿਵਲ ਲਾਈਨ, ਜਿੱਥੋਂ ਸਾਡਾ ਟਰਨਿੰਗ ਪੁਆਇੰਟ ਆਇਆ ਜ਼ਿੰਦਗੀ ਦਾ। ਬਾਕੀ ਤੁਹਾਨੂੰ ਪਨੀਤ ਦੱਸੂਗੀ ਅੱਗੇ। ਹਾਂਜੀ। ਸਿਵਲ ਲਾਈਨ ਸਕੂਲ ਨੇ ਸੱਚੀ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਆ, ਮਤਲਬ ਵੀ ਟੀਚਰਸ ਵੀ ਉੱਥੇ ਐਵੇਂ ਦੇ ਨੇ ਵੀ ਸਾਡੀ ਮਜਬੂਰੀ ਨੂੰ ਉਹਨਾਂ ਨੇ ਸਮਝਿਆ। ਜਿਵੇਂ ਅਸੀਂ ਕਹਿਣਾ ਕਿ ਮੈਮ ਸਾਨੂੰ ਅੱਜ ਛੁੱਟੀ ਦੇਣੀ, ਤਾਂ ਉਹਨਾਂ ਨੇ ਸਾਡੀ ਅਟੈਂਡੈਂਸ ਲਾਣੀ, ਜੇ ਅਸੀਂ ਕਿਤੇ ਜਾਣਾ ਵੀ ਫੰਕਸ਼ਨ 'ਤੇ ਤਾਂ ਸਾਡੀ ਅਟੈਂਡੈਂਸ ਵੀ ਪੂਰੀ ਕਰਨੀ, ਅਤੇ ਸਾਨੂੰ ਸਮਝਦੇ ਸੀ ਹਰ ਇੱਕ ਕਿ ਹਾਂ ਕੁੜੀਆਂ 'ਚ ਕਲਾ ਹੈਗੀ ਹੈ ਅਤੇ ਇਹਨਾਂ ਨੂੰ ਸਪੋਰਟ ਕਰਨਾ ਬਣਦਾ ਹੈ। ਸਾਡੀ ਫਾਈਨੈਂਸ਼ਲੀ ਵੀ ਕਈ ਟੀਚਰਾਂ ਨੇ ਹੈਲਪ ਕੀਤੀ ਉਸ ਸਕੂਲ 'ਚ, ਅਤੇ ਅਸੀਂ ਵੀ ਸਕੂਲ ਦਾ ਇੱਕ ਮਤਲਬ ਲੈਵਲ ਬਣਾ ਕੇ ਰੱਖਿਆ, ਕੋਈ ਫੰਕਸ਼ਨ ਨਹੀਂ ਛੱਡਿਆ ਅਸੀਂ, ਜਦੋਂ ਵੀ ਪਰਫੋਰਮ ਕਰਨਾ ਇਕੱਠੀਆਂ ਨੇ ਕਰਨਾ, ਕੋਈ ਐਕਟੀਵਿਟੀ ਨਹੀਂ ਛੱਡੀ ਉੱਥੇ, ਤੇ ਉਹਨਾਂ ਨੇ ਵੀ ਸਾਨੂੰ ਮੁੜ ਕੇ ਉਹਨਾਂ ਹੀ ਸਪੋਰਟ ਕੀਤਾ ਹੈ। ਬਿਲਕੁਲ। ਤੁਹਾਡੇ 'ਚ ਗਾਉਣ ਦਾ ਕੀੜਾ ਮਤਲਬ ਇੱਕ ਪਰਮਾਤਮਾ ਨੇ ਕੀਰਤਨ ਦੇ ਜ਼ਰੀਏ ਬਖਸ਼ਿਆ ਹਨਾ। ਤੁਸੀਂ ਕੀਰਤਨ ਦੀ ਪਹਿਲਾਂ ਸ਼ੁਰੂਆਤ ਕੀਤੀ ਹੈ ਹਨਾ, ਹਾਰਮੋਨੀਅਮ ਤੇ ਪਹਿਲਾਂ ਕੀਰਤਨ ਕਰਨਾ ਸਿੱਖਿਆ, ਫਿਰ ਤੁਹਾਡੀ ਆਵਾਜ਼ ਨਿਖਰਦੀ ਗਈ, ਫਿਰ ਗਾਉਣਾ ਸ਼ੁਰੂ ਕਰਤਾ। ਹਾਂਜੀ, ਬਾਕੀ ਫੈਮਿਲੀ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਸਾਰੇ ਹੀ ਗਾਉਂਦੇ ਸੀ ਹੈ ਨਾ, ਤਾਂ ਉਦੋਂ ਵੀ ਜਦੋਂ ਘਰ ਦੇ ਵਿੱਚ ਇੱਕ ਸੰਗੀਤਕ ਮਾਹੌਲ ਹੁੰਦਾ ਤਾਂ ਆਪਣੇ ਆਪ ਦੇ ਵਿੱਚ ਖੂਨ ਦੇ ਵਿੱਚ ਹੀ ਸੀਗਾ, ਸ਼ੌਂਕ ਸੀ, ਪਰ ਉਹਨੂੰ ਸ਼ੌਂਕ ਨੂੰ ਪੂਰਾ ਕਰਨ ਲਈ ਤੁਹਾਨੂੰ ਸਿੱਖਣਾ ਵੀ ਪੈਂਦਾ। ਤਾਂ ਸ਼ੌਂਕ ਸਾਡਾ ਜਿੱਦਾਂ ਕਿ ਗੁਰਦੁਆਰੇ ਤੋਂ ਪੂਰਾ ਹੋਇਆ, ਜਾਂ ਸਕੂਲ ਦੇ ਵਿੱਚ ਸਾਨੂੰ ਟੀਚਰਸ ਨੇ ਅੱਗੇ ਲੈ ਕੇ ਗਏ ਹੈ ਨਾ, ਅਤੇ ਬਹੁਤ ਰਿਸਪੈਕਟਡ ਟੀਚਰ ਨੇ ਮੇਰੇ ਭਵਨੀਤ ਸਿੰਘ, ਜਿਨ੍ਹਾਂ ਨੇ ਸਾਡੀ ਬਾਂਹ ਫੜੀ, ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ। ਸਾਡਾ ਜਿਹੜਾ ਫਸਟ ਆਡੀਸ਼ਨ ਸੀ ਵੌਇਸ ਆਫ ਪੰਜਾਬ ਸੀਜ਼ਨ 2 ਦਾ, ਉਹਨਾਂ ਨੇ ਮੇਰੀ ਮੰਮੀ ਨੂੰ ਪੈਸੇ ਦਿੱਤੇ ਕਿ ਤੁਸੀਂ ਬੱਚਿਆਂ ਨੂੰ ਲੈ ਕੇ ਜਾਓ, ਸਾਡੇ ਕੋਲ ਕਿਰਾਇਆ ਵੀ ਨਹੀਂ ਸੀ। ਦਿੱਲੀ ਆਡੀਸ਼ਨ ਹੁੰਦਾ ਸੀਗਾ,
ਜਦੋਂ ਆਪਾਂ ਫਸਟ ਐਡੀਸ਼ਨ ਪਾਰ ਕਰਕੇ ਦਿੱਲੀ ਜਾਂਦੇ ਸੀ। ਉਹ ਤੋਂ ਬਾਅਦ ਸਾਡੇ ਮੰਮਾ ਸਾਨੂੰ ਦਿੱਲੀ ਲੈ ਕੇ ਗਏ। ਉੱਥੋਂ ਫਿਰ ਥੋੜ੍ਹਾ ਜਿਹਾ ਆਪਣੇ ਮਨ ਦੇ ਅੰਦਰ ਕੌਨਫੀਡੈਂਸ ਆਇਆ ਕਿ ਹਾਂ ਅਸੀਂ ਵੀ ਗਾ ਸਕਦੇ ਹਾਂ ਜਾਂ ਅਸੀਂ ਵੀ ਅੱਗੇ ਜਾ ਸਕਦੇ ਹਾਂ, ਹੈ ਨਾ। ਉਹ ਤੋਂ ਬਾਅਦ ਹੌਲੀ ਹੌਲੀ ਇੱਦਾਂ ਹੌਂਸਲਾ ਟੀਚਰਸ ਨੇ ਕਾਇਮ ਰੱਖਿਆ। ਇੱਕ ਗੱਲ, ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸਾਡੀਆਂ ਅੱਖਾਂ ਦੋਨਾਂ ਦੀਆਂ ਲਾਲ ਹੁੰਦੀਆਂ ਸੀ। ਬੱਚੇ ਕਹਿੰਦੇ ਹੁੰਦੇ ਸੀ ਤੁਸੀਂ ਸੌਂਦੇ ਨਹੀਂ ਹੈਗੇ, ਤੁਹਾਡੀਆਂ ਅੱਖਾਂ ਲਾਲ ਰਹਿੰਦੀਆਂ, ਟੀਵੀ ਦੇਖਦੇ ਹੋ, ਫੋਨ ਚਲਾਉਂਦੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਅਸੀਂ ਰਾਤਾਂ ਰਾਤਾਂ ਨੂੰ ਪ੍ਰੋਗਰਾਮ ਕਰਕੇ ਆਉਂਦੇ ਹਾਂ। ਔਰ ਮੈਂ ਆਪਣੇ ਮਨ ਦੀ ਗੱਲ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਨਾ ਲੇਡੀ ਸੰਗੀਤ ਵਗੈਰਾ ਜਾਂ ਜਾਗੋ ਵਗੈਰਾ ਦੇ ਫੰਕਸ਼ਨ ਕਰਨੇ ਬਿਲਕੁਲ ਨਹੀਂ ਅੱਛੇ ਲੱਗਦੇ ਸੀ। ਮੈਂ ਛੋਟੀ ਹੁੰਦਾ ਦਾ ਮੇਰਾ ਮਨ ਹੈ, ਕਿਉਂਕਿ ਉਦੋਂ ਬੱਚੇ ਨੂੰ ਨਹੀਂ ਪਤਾ ਹੁੰਦਾ ਕੀ ਹੁੰਦਾ ਇਹ ਚੀਜ਼। ਇੱਕ ਵਾਰ ਮਤਲਬ ਕਿ ਜਦੋਂ ਫਸਟ ਪ੍ਰੋਗਰਾਮ ਲਾਇਆ ਹੈ ਨਾ ਆਪਣੇ ਮਤਲਬ ਸਾਡੇ ਰਜਨੀ ਦੀਦੀ ਨੇ, ਰਜਨੀ ਸਾਗਰ ਜੀ ਬਹੁਤ ਵਧੀਆ ਸਿੰਗਰ ਨੇ, ਉਹ ਸਾਨੂੰ ਨਾਲ ਲੈ ਕੇ ਗਏ। ਪਰ ਮੈਂ ਆਪਣੀ ਮੰਮਾ ਨੂੰ ਕਿਹਾ, ਮੈਂ ਕਿਹਾ ਮੰਮੀ ਮੈਨੂੰ ਸ਼ਰਮ ਆਉਂਦੀ ਹੈ, ਕਿਉਂਕਿ ਉੱਥੇ ਬਹੁਤ ਬੰਦੇ ਹੁੰਦੇ ਨੇ, ਲੇਡੀਜ਼ ਹੁੰਦੀਆਂ ਨੇ। ਉਹ ਛੋਟੀ ਸੀ ਉਦੋਂ, ਮੈਂ 8th 9th ਦੇ ਬੱਚੇ ਨੂੰ ਕੀ ਪਤਾ ਹੁੰਦਾ। ਪਰ ਮੰਮੀ ਨੇ ਕਿਹਾ ਨਹੀਂ ਨਹੀਂ ਆਪਾਂ ਕਰਨਾ ਹੈ ਨਾ ਕੰਮ। ਪੁੱਤ ਜਿਹੜਾ ਗਾਉਣ ਵਾਲਾ ਬੰਦਾ ਹੁੰਦਾ ਨਾ, ਉਹਨੂੰ ਹਰ ਤਰ੍ਹਾਂ ਦਾ ਗਾਉਣਾ ਪੈਂਦਾ। ਆਰਟਿਸਟ ਨੂੰ ਸਾਰਾ ਕੁਛ ਕਰਨਾ ਪੈਂਦਾ ਹੁੰਦਾ। ਉਹਨੂੰ ਜਾਗਰਣ ਵੀ ਲਾਉਣੇ ਪੈਂਦੇ, ਉਹਨੂੰ ਕੀਰਤਨ ਵੀ ਕਰਨਾ ਪੈਂਦਾ, ਉਹਨੂੰ ਲੇਡੀ ਸੰਗੀਤ ਵੀ ਕਰਨਾ ਪੈਂਦਾ। ਪਰ ਮੇਰਾ ਨਾ ਮਨ ਹੈ, ਦੋਨਾਂ ਦਾ ਸਾਡਾ ਖਿਜਿਆ ਹੁੰਦਾ ਸੀ ਕਿ ਕਿਉਂ ਲੇਡੀ ਸੰਗੀਤ, ਕਿਉਂ ਜਾਗੋ ਦੇ ਫੰਕਸ਼ਨ, ਕਿਉਂ। ਪਰ ਕਹਿੰਦੇ ਹੁੰਦੇ ਨਾ ਜਿਹੜੀ ਚੀਜ਼ 'ਚੋਂ ਬੰਦਾ ਭੱਜਦਾ ਹੁੰਦਾ ਉਹਨੂੰ ਓਨਾ ਹੀ ਜ਼ਿਆਦਾ ਕਰਨਾ ਪੈ ਗਿਆ। ਔਰ ਸਾਡਾ ਇਹ ਜਿਹੜਾ ਸਾਡਾ ਰੁਝਾਨ ਸੀ ਉਹ ਇਸੀ ਕੰਮ ਨੂੰ ਵੱਧ ਹੋ ਗਿਆ, ਕਿਉਂਕਿ ਜਿਹੜਾ ਸਾਡੀ ਅਰਨਿੰਗ ਸੀ ਉਹ ਇੱਧਰੋਂ ਆਉਣ ਲੱਗ ਗਈ। ਫਿਰ ਬਾਅਦ 'ਚ ਪਤਾ ਲੱਗਿਆ ਕਿ ਕੰਮ ਹੈ ਕਿ ਉਦੋਂ ਬਚਪਨਾ ਸੀ, ਨਹੀਂ ਪਤਾ ਸੀਗਾ। ਫਿਰ ਮੈਨੂੰ ਹੌਲੀ ਹੌਲੀ ਸਮਝ ਆਇਆ ਕਿ ਹਾਂ ਸਾਡਾ ਤਾਂ ਕੰਮ ਹੀ ਇਹ, ਸਾਨੂੰ ਕਰਨਾ ਪੈਣਾ, ਕਿਉਂਕਿ ਸਾਡੀ ਰੋਟੀ ਇੱਥੋਂ ਚੱਲਦੀ ਹੈ। ਪਹਿਲਾਂ ਉਹ ਸੰਗ ਆਉਂਦੀ ਹੁੰਦੀ ਸੀ, ਸ਼ਰਮ ਆਉਂਦੀ ਹੁੰਦੀ ਸੀ ਕਿ ਇੰਨੇ ਬੰਦੇ ਖੜੇ ਨੇ, ਅਸੀਂ ਗਾਈ ਜਾਂਦੇ ਹਾਂ, ਅਗਲੇ ਦੇਖਦੇ, ਕਮੈਂਟਬਾਜ਼ੀ ਵੀ ਕਰਦੇ ਹੁੰਦੇ ਸੀ। ਪਰ ਫਿਰ ਆਪਦੇ ਆਪ ਨੂੰ ਮਨ ਨੂੰ ਪੱਥਰ ਬਣਾਉਣਾ ਪਿਆ ਕਿ ਨਹੀਂ, ਦੁਨੀਆ ਤਾਂ ਬਹੁਤ ਕੁਛ ਕਹਿੰਦੀ ਹੈ, ਸਾਨੂੰ ਸਿਰਫ ਆਪਣੇ ਕੰਮ ਤੱਕ ਮਤਲਬ ਰੱਖਣਾ। ਹੁਣ ਆਪਾਂ ਫੰਕਸ਼ਨ ਲਾਉਣ ਜਾਂਦੇ ਹਾਂ, ਸਾਡੇ ਮਨ ਦੇ ਵਿੱਚ ਇਹ ਟਾਰਗੇਟ ਹੁੰਦਾ ਘੰਟਾ 2 ਘੰਟੇ ਫੰਕਸ਼ਨ ਲਾਇਆ, ਅਗਲੇ ਨੂੰ ਖੁਸ਼ ਕੀਤਾ ਕਿ ਆਪਦੀ ਪੇਮੈਂਟ ਫੜੀ, ਆਪਦਾ ਘਰ ਆ ਗਏ। ਪਰ ਇਹ ਨਹੀਂ ਘਰ ਤੋਂ ਤੁਰਨ ਲੱਗੇ ਪਤਾ ਹੁੰਦਾ ਕਿ ਅੱਜ ਉੱਥੇ ਹੋਣਾ ਕੀ ਆ, ਕੀ ਮਾਹੌਲ ਹੋਊਗਾ। ਪਰ ਆਪਣੇ ਆਪ ਨੂੰ ਪ੍ਰਪੇਅਰ ਕਰਕੇ ਜਾਣਾ ਪੈਂਦਾ ਕਿ ਨਹੀਂ ਅਸੀਂ ਤਾਂ ਸ਼ੇਰ ਆ, ਵੀ ਆਪਣਾ ਕੰਮ ਕਰਕੇ ਵਾਪਸ ਆ ਜਾਣਾ। ਸ਼ੇਰਨੀਆਂ ਧੀਆਂ ਹਨਾ ਮੰਮਾ ਦੀਆਂ। ਔਰ ਕਦੀ ਐਵੇਂ ਹੋਇਆ ਕੁਛ ਮਤਲਬ ਮਨ ਕਿਤੇ ਜਾ ਕੇ ਨਿਰਾਸ਼ ਵੀ ਹੋਇਆ ਹੋਵੇ ਕਿ ਅਸੀਂ ਕੀ ਸੋਚ ਕੇ ਆਏ ਸੀ ਔਰ ਕੀ ਹੋ ਗਿਆ? ਕਈ ਵਾਰ, ਇੱਕ ਵਾਰ ਨਹੀਂ ਕਾਫੀ ਵਾਰ ਹੋ ਜਾਂਦਾ ਹੈ। ਆਪਾਂ ਜਿਵੇਂ ਘਰੋਂ ਸੋਚ ਕੇ ਕੁਝ ਹੋਰ ਜਾਂਦੇ ਹਾਂ ਵੀ ਫੈਮਿਲੀ ਇੱਦਾਂ ਹੋਏਗੀ, ਉੱਦਾਂ ਹੋਏਗੀ। ਕਈ ਵਾਰ ਓਪੋਜ਼ਿਟ ਫੈਮਿਲੀ ਵੀ ਮਿਲ ਜਾਂਦੀ ਹੈ। ਕਈਆਂ ਦਾ ਕਿੱਦਾਂ ਦਾ ਦਿਮਾਗ ਹੁੰਦਾ, ਕਈਆਂ ਦਾ ਕਿੱਦਾਂ ਦਾ ਹੁੰਦਾ ਹੈ। ਪਰ ਆਪਣੇ ਤੇ ਡਿਪੈਂਡ ਹੁੰਦਾ, ਆਪਾਂ ਨੂੰ ਐਡਜਸਟ ਕਰਨਾ ਪੈਂਦਾ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਆਪਾਂ ਜੇ ਇੱਥੋਂ ਐ ਖਾਲੀ ਹੱਥ ਜਾਵਾਂਗੇ ਫਿਰ ਘਰੇ ਵੀ ਨਹੀਂ ਜਾ ਸਕਦੇ, ਕਿੱਥੋਂ ਖਾਣੀ ਰੋਟੀ। ਤਾਂ ਐ ਹੁੰਦਾ ਵੀ ਚਲੋ ਇਗਨੋਰ ਕਰੋ, ਆਪਣਾ ਕੰਮ ਵੱਲ ਧਿਆਨ ਦਿਓ ਤੇ ਚੱਲੀ ਜਾ ਰਿਹਾ। ਆਪਾਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਹਨਾ, ਤਾਂ ਪਿੰਡਾਂ ਦੀ ਜਿਹੜੀ ਸੋਚ ਆ ਲੋਕਾਂ ਦੀ, ਉਹ ਇਦਾਂ ਦੀ ਮੈਂਟੈਲਿਟੀ ਹੈ ਕਿ ਆਰਕੈਸਟਰਾ ਵਾਲੀਆਂ ਆ ਗਈਆਂ ਜਾਂ ਡਾਂਸਰਸ ਆ ਗਈਆਂ, ਨੱਚਣ ਵਾਲੀਆਂ ਆ ਗਈਆਂ, ਕਿ ਕਹਿ ਦਿੰਦੇ ਆ। ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਰਕੈਸਟਰਾ ਵਾਲੀਆਂ ਕੁੜੀਆਂ ਵੀ ਤਾਂ ਕਿਸ ਦੀਆਂ ਧੀਆਂ ਨੇ, ਉਹ ਵੀ ਕੋਈ ਕੰਮ ਕਰ ਰਹੀਆਂ ਨੇ। ਉਹ ਵੀ ਕੰਮ ਕਰਨਾ ਸੌਖਾ ਨਹੀਂ ਹੈਗਾ, ਇੰਨਾ ਟਾਈਮ ਆਪਣੇ ਆਪ ਨੂੰ ਪਰਫਾਰਮ ਕਰਨਾ ਹਨਾ, ਇੰਨੀ ਮਿਹਨਤ ਕਰਨੀ, ਖੂਨ ਪਸੀਨਾ ਇਹਦੀ ਉਹਨਾਂ ਦੀ ਕਮਾਈ ਆ। ਉਹ ਵੀ ਕੋਈ ਮਜਬੂਰੀ ਹੁੰਦੀ ਹੈ ਕਿਸੇ ਦੀ। ਹਾਂ ਕਿ ਇਸ ਫੀਲਡ 'ਚ ਕੁੜੀਆਂ ਸ਼ੌਂਕ ਨੂੰ ਵੀ ਕਰਦੀਆਂ, ਪਰ ਉਹਨਾਂ ਦੀ ਅਰਨਿੰਗ ਹੈ, ਉਹਨਾਂ ਦਾ ਪੈਸੇ ਬਣ ਰਹੇ, ਉਹਨਾਂ ਦਾ ਕੰਮ ਚੱਲ ਰਿਹਾ। ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਸੋਚ ਬਦਲੋ ਆਪਣੀ, ਹਨਾ, ਕਿ ਉਹਨਾਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ। ਜਿੱਥੇ ਇੱਕ ਆਰਟਿਸਟ ਆਪਣਾ ਕਲਾਕਾਰ ਆਪਣਾ ਕੰਮ ਕਰ ਰਿਹਾ, ਉਹ ਇੱਕ ਆਰਟਿਸਟ ਹੈ ਵਧੀਆ, ਭਾਵੇਂ ਆਰਕੈਸਟਰਾ ਵਾਲਾ ਉਹ ਤੇ ਭਾਵੇਂ ਸਿੰਗਰ। ਹਾਂਜੀ। ਪਹਿਲਾਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਉਹ ਵੀ ਕਿਸੇ ਦੀਆਂ ਧੀਆਂ ਨੇ। ਅੱਜ ਜੇ ਅਸੀਂ ਮੈਂ ਪੱਤਰਕਾਰੀ ਕਰ ਰਹੀ ਹਾਂ ਤਾਂ ਮੈਂ ਵੀ ਕਿਸੇ ਦੀ ਧੀਆਂ। ਹਰ ਬੰਦਾ, ਹਰ ਇੱਕ ਧੀ ਜਿਹੜੀ ਆ ਉਹ ਵੱਖਰੇ ਵੱਖਰੇ ਅਦਾਰਿਆਂ 'ਚ ਵੱਖਰੇ ਵੱਖਰੇ ਥਾਵਾਂ ਤੇ ਕੰਮ ਕਰਕੇ ਆਪਣਾ ਰੋਜ਼ੀ ਰੋਟੀ ਦਾ ਹਈਆ ਜਿਹੜਾ ਕਰਦੀ ਆ। ਤਾਂ ਮੈਂ ਦੱਸਣਾ ਚਾਹਾਂਗੀ ਕਿ ਸਾਹਿਬ ਔਰ ਪਨੀਤ ਦੋਨੋਂ ਭੈਣਾਂ ਜਿਹੜੀਆਂ ਨੇ ਉਹ ਸੱਭਿਆਚਾਰਕ ਮੇਲੇ ਵੀ ਕਰਦੀਆਂ ਨੇ, ਬਹੁਤ ਸੋਹਣਾ ਲਾਈਵ ਸ਼ੋਅ ਕਰਦੀਆਂ ਨੇ, ਲੇਡੀ ਸੰਗੀਤ ਕਰਦੀਆਂ ਨੇ, ਗਿੱਧੇ ਭੰਗੜੇ। ਜਦੋਂ ਤੁਹਾਡੇ ਘਰੇ ਵਿਆਹ ਹੁੰਦਾ ਤਾਂ ਤੁਹਾਡੇ ਘਰ ਚਾਰ ਚੰਨ ਲਾਉਣ ਲਈ, ਰੌਣਕਾਂ ਲਾਉਣ ਲਈ ਇਹੀ ਧੀਆਂ ਆਉਂਦੀਆਂ ਨੇ। ਤਾਂ ਹੁਣ ਅਸੀਂ ਮਾਤਾ ਜੀ ਵੱਲ ਜਾਵਾਂਗੇ। ਮਾਤਾ ਜੀ ਬੜੇ ਸ਼ੁਰੂਆਤ 'ਚ ਭਾਵੁਕ ਹੋ ਗਏ ਸੀ ਹਨਾ, ਬਹੁਤ ਕੁਛ ਦੇਖਿਆ ਤੁਸੀਂ। ਪਰ ਮੈਨੂੰ ਤੁਹਾਡੀ ਸੋਚ ਨੂੰ ਸਲਾਮ ਆ। ਨਹੀਂ ਤਾਂ ਬਹੁਤ ਸਾਰੇ ਲੋਕ ਕਹਿੰਦੇ ਕਿ ਲੈ ਅਸੀਂ ਆਪਣੀਆਂ ਧੀਆਂ ਨੂੰ ਗਵਾਉਣਾ ਨਹੀਂ ਆ, ਅਸੀਂ ਨਹੀਂ ਬਾਹਰ ਭੇਜਣਾ, ਅਸੀਂ ਤਾਂ ਗਾਉਣ ਨਹੀਂ ਲਾਉਣੀ ਆ ਹਨਾ। ਪਰ ਤੁਸੀਂ ਇਹਨਾਂ ਨੂੰ ਮਤਲਬ ਲੜ ਝਗੜ ਕੇ ਵੀ ਰਿਹਰਸਲ ਕਰਨ ਤੇ ਭੇਜਦੇ ਰਹੇ। ਹਾਂਜੀ, ਸਾਡੇ ਹਾਲਾਤ ਹੈ ਨਹੀਂ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਾਵਾਂ ਬੇਟਾ। ਮੈਂ ਫਿਰ ਇਹਦੇ ਪਾਪਾ ਨਾਲ ਗੱਲ ਕੀਤੀ ਕਿ ਆਪਾਂ ਗਵਰਨਮੈਂਟ ਸਕੂਲ 'ਚ ਪੜ੍ਹਾਵਾਂਗੇ। ਔਰ ਉੱਥੇ ਇਹਨਾਂ ਨੂੰ ਪਹਿਲਾਂ ਟੈਸਟ ਦੇਣਾ ਪਿਆ ਤੇ ਚਲੋ ਦੋਨੋਂ ਬੇਟੀਆਂ ਟੈਸਟ ਵਿੱਚੋਂ ਪਾਸ ਹੋ ਗਈਆਂ ਤੇ ਸਟਾਰਟਿੰਗ ਇਹਨਾਂ ਦੀ ਅੱਛੀ ਹੋ ਗਈ। ਇਹਨਾਂ ਨੇ ਵਧੀਆ ਆਪਣਾ ਇਮੇਜ ਬਣਾਈ ਪੜ੍ਹਾਈ ਦੇ ਵਿੱਚ ਵੀ, ਤੇ ਫੰਕਸ਼ਨ ਵੀ ਅਟੈਂਡ ਕੀਤੇ। ਟੀਚਰਸ ਨੇ ਵੀ ਬਹੁਤ ਹੈਲਪ ਕੀਤੀ। ਉਸ ਤੋਂ ਬਾਅਦ ਮਤਲਬ ਹੁਣ ਕਰ ਤੇ ਰਹੀਆਂ ਨੇ ਬੱਚੀਆਂ ਕੰਮ ਨਾਲ ਨਾਲ ਹਨਾ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਵੀ ਜਦੋਂ ਸਾਡੀ ਸਟਾਰਟਿੰਗ ਹੋਈ ਹੈ ਕੰਮ ਦੀ, ਉਦੋਂ ਮੈਂ ਬਹੁਤ ਛੋਟੇ ਜਿਹੇ ਘਰ 'ਚ ਰਹਿੰਦੀ ਸੀ, ਜਿਹੜੇ ਪੁਰਾਣੇ ਟਾਈਮ ਦੇ ਵਿੱਚ ਗਾਡਰ ਬਾਲਿਆਂ ਵਾਲੀਆਂ ਛੱਤਾਂ ਹੁੰਦੀਆਂ ਸੀ।
ਤੇ ਉਹਦਾ ਘੱਟ ਕਿਰਾਇਆ ਸੀ ਹਨਾ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਫੈਮਿਲੀ ਦੇ ਵਿੱਚੋਂ ਅਸੀਂ ਅਲੱਗ ਹੋ ਗਏ ਆ ਤੇ ਹੁਣ ਕੀਤਾ ਕੀ ਜਾਵੇ ਘੱਟ ਕਿਰਾਏ ਤੇ। ਪਹਿਲਾਂ ਅਸੀਂ ਲੱਭਿਆ ਘਰ, ਦੋਨਾਂ ਬੇਟੀ ਨੇ ਇਹਨਾਂ ਨੇ ਕਹਿਣਾ ਮੰਮੀ ਇਹ ਘਰ ਸੋਹਣਾ ਨਹੀਂ। ਮੈਂ ਕਹਿਣਾ ਕੋਈ ਨਾ ਪੁੱਤ, ਆਪਾਂ ਗੁਜ਼ਾਰਾ ਕਰਨਾ ਹੈ। ਆਪਣੀ ਇੰਨੀ ਇਨਕਮ ਨਹੀਂ ਹੈਗੀ, ਤੇਰੇ ਪਾਪਾ ਦੀ ਕੀਰਤਨ ਦੀ ਕਮਾਈ ਨਾਲ ਮੈਂ ਇੰਨਾ ਕੀ ਕਿਰਾਇਆ ਭਰ ਸਕਦੀ ਹਾਂ। ਅਸੀਂ ਪਹਿਲਾਂ ਬੜੀ ਮੁਸ਼ਕਲ ਨਾਲ ਉਹ ਘਰ ਲੱਭਿਆ, ਪੁਰਾਣੇ ਟਾਈਮ ਦਾ ਘਰ ਸੀਗਾ। ਤਾਂ ਚਲੋ ਸਾਨੂੰ ਬੜਾ ਉੱਥੇ ਘਰ ਦੇ ਵਿੱਚ ਅਸੀਂ ਸਟਰਗਲ ਕੀਤੀ। ਪਹਿਲੀ ਵਾਰੀ ਮੈਂ ਇਹਨਾਂ ਨੂੰ ਆਡੀਸ਼ਨ 'ਤੇ ਲੈ ਕੇ ਗਈ ਲੁਧਿਆਣੇ, ਤਾਂ ਉੱਥੋਂ ਅਸੀਂ ਆਡੀਸ਼ਨ ਕਰਕੇ ਬੱਚੇ ਉੱਥੋਂ ਪਾਸ ਕਰਕੇ ਆਏ ਤੇ ਪੀਟੀਸੀ ਦੀ ਸਾਰੀ ਜਿੰਨੀ ਵੀ ਟੀਮ ਸੀਗੀ ਉਸ ਘਰ ਦੇ ਵਿੱਚ ਆਈ। ਤੇ ਬੇਟਾ ਸਾਨੂੰ ਬੜੀ ਸ਼ਰਮ ਆਈ ਕਿ ਹਾਏ ਕੱਚਾ ਘਰ ਹੈ, ਇੰਨਾ ਗੰਦਾ, ਉੱਥੇ ਪਾਣੀ ਆ ਜਾਂਦਾ ਸੀਗਾ। ਤੇ ਸਾਨੂੰ ਨਾ ਟੀਮ ਵਾਲਿਆਂ ਨੇ ਕਹਿਤਾ ਕਿ ਤੁਹਾਡੀਆਂ ਬੱਚੀਆਂ ਬਹੁਤ ਅੱਛੀਆਂ ਨੇ, ਅਸੀਂ ਤੁਹਾਡੇ ਘਰ ਆਉਣਾ। ਮੈਂ ਇਹਨੂੰ ਕਹਿਤਾ ਸਾਹਿਬ ਆਪਾਂ ਘਰ ਆਉਣ ਨੂੰ ਤਾਂ ਕਹਿਤਾ, ਪਰ ਆਪਣੀ ਹਾਲਤ ਕੰਡੀਸ਼ਨ ਦੇਖ, ਆਪਣਾ ਕਿੰਨਾ ਗੰਦਾ ਘਰ ਆ, ਇੱਥੇ ਕਿੱਥੇ ਬਿਠਾਵਾਂਗੇ ਪੁੱਤ। ਪਰ ਮੇਰੀ ਬੇਟੀ ਨੇ ਨਾ ਬੜੀ ਮਿਹਨਤ ਕੀਤੀ। ਕੱਚੇ ਵਿਹੜੇ ਦੇ ਵਿੱਚ ਜਿੱਦਾਂ ਪੌਦੇ ਲੱਗੇ ਹੋਏ ਸੀਗੇ ਤੇ ਪੱਤੇ ਹੀ ਪੱਤੇ ਖਿਲਰੇ ਹੋਏ, ਇਹਨੇ ਆ ਕੇ ਐਡਾ ਵੱਡਾ ਟੱਪ ਝਾੜੂ ਦੇ ਨਾਲ ਸਾਫ਼ ਕੀਤਾ ਪੱਤਿਆਂ ਦਾ। ਕਹਿੰਦੀ ਕੋਈ ਨਾ ਮਾਂ, ਇਹ ਆਪਣਾ ਘਰ ਹੈ, ਇੱਥੇ ਹੀ ਆਉਣਗੇ, ਆਉਣ ਦਿਓ ਉਹਨਾਂ ਨੂੰ, ਕੋਈ ਗੱਲ ਨਹੀਂ। ਪਰ ਉਹਨਾਂ ਨੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ, ਚੈਨਲ ਵਾਲਿਆਂ ਨੇ। ਕਹਿੰਦੇ ਨਹੀਂ ਕੋਈ ਗੱਲ ਨਹੀਂ, ਇਹਨਾਂ ਨੇ ਬੱਚੀਆਂ ਨੇ ਬੜਾ ਨਾਮ ਰੋਸ਼ਨ ਕਰਨਾ। ਤਾਂ ਚਲੋ ਫਿਰ ਇਹ ਯੰਗਸਟਰ ਅਖਾੜੇ ਦਾ ਸ਼ੂਟਿੰਗ ਚੱਲ ਰਹੀ ਸੀਗੀ, ਅਸੀਂ ਉੱਥੇ ਅਪ ਡਾਊਨ ਕਰ ਰਹੇ ਸੀ ਬੇਟਾ, ਅਪ ਡਾਊਨ ਕਰ ਰਹੇ ਸੀ। ਤੇ ਬਾਰਿਸ਼ਾਂ ਦਾ ਜਦੋਂ ਮੌਸਮ ਹੁੰਦਾ ਸੀ ਨਾ, ਤੇ ਸਾਡੇ ਘਰ ਦੇ ਵਿੱਚ ਅੰਦਰ ਪਾਣੀ ਆ ਜਾਂਦਾ ਸੀਗਾ। ਸਾਨੂੰ ਨਹੀਂ ਪਤਾ ਲੱਗਦਾ ਹੁੰਦਾ ਸੀ, ਕਈ ਵਾਰੀ ਸੁੱਤੇ ਪਿਆ ਸਾਡੇ ਬੈੱਡ ਦੇ ਵਿੱਚ ਹੈ ਨਾ, ਬੂਹੇ ਦੇ ਵਿੱਚ ਮਤਲਬ ਗੋਡਿਆਂ ਗੋਡਿਆਂ ਤੱਕ ਪਾਣੀ ਆ ਜਾਂਦਾ ਸੀ। ਅਸੀਂ ਉਹ ਦਿਨ ਵੀ ਕੱਟੇ ਆ। ਅਸੀਂ ਕਹਿਣਾ ਕੋਈ ਨਾ ਕਿਰਾਇਆ ਘੱਟ ਹੈ, ਸੁੱਕ ਜਾਂਦੇ ਨੇ ਬਿਸਤਰੇ, ਧੁੱਪ ਲਵਾ ਲੈਣੀ, ਫਿਰ ਉੱਦਾਂ ਹੀ ਗੁਜ਼ਾਰਾ ਕਰਨਾ। ਅਪ ਡਾਊਨ ਕਰਦੇ ਸੀ ਤੇ ਸਾਹਿਬ ਕਹਿੰਦੀ ਮੰਮੀ ਮੈਂ ਘਰ ਆਉਣਾ। ਮੈਂ ਕਿਹਾ ਨਾ ਪੁੱਤ ਤੁਸੀਂ ਉੱਥੇ ਹੀ ਰਹੋ, ਤੁਹਾਡੀ ਸ਼ੂਟਿੰਗ ਚੱਲ ਰਹੀ ਆ। ਇਹ ਘਰ ਆ ਕੇ ਜਦ ਇਹਨੇ ਕੰਡੀਸ਼ਨ ਦੇਖੀ ਵੀ ਸਾਡੇ ਘਰ ਤੇ ਬੜਾ ਹੀ ਪਾਣੀ ਆਇਆ ਹੋਇਆ, ਮੰਮੀ ਮੈਂ ਕਿੱਦਾਂ ਗਾਉਂਗੀ, ਮੇਰੇ ਤੇ ਬੋਝ ਪੈ ਗਿਆ ਦਿਮਾਗ ਤੇ। ਤੇ ਇਹ ਵਿਹੜੇ 'ਚ ਆ ਕੇ ਰੋਣ ਲੱਗ ਗਈ, ਬਾਹਰ ਹੀ ਖੜੀ। ਤੇ ਮੈਂ ਕਿਹਾ ਬੇਟਾ ਤੂੰ ਰੋ ਨਾ, ਕੋਈ ਗੱਲ ਨਹੀਂ, ਆਪਾਂ ਕਰ ਲੈ ਲਾਂਗੇ, ਤੂੰ ਰੋਣਾ ਨਹੀਂ ਮੇਰੀ ਧੀ, ਮੈਂ ਤੈਨੂੰ ਰੋਂਦਿਆਂ ਨਹੀਂ ਦੇਖ ਸਕਦੀ, ਮੈਂ ਜਿੱਦਾਂ ਮਰਜ਼ੀ ਕਰਾਂ। ਤੇ ਫਿਰ ਅਸੀਂ ਮਾਵਾਂ ਧੀਆਂ ਨੇ ਘਰ ਲੱਭਿਆ। ਪਹਿਲਾਂ ਤੁਰ ਕੇ ਜਾਣਾ, ਸਾਡੇ ਕੋਲ ਕੋਈ ਸਕੂਟੀ ਨਹੀਂ, ਕੋਈ ਕੁਛ ਨਹੀਂ, ਜਾਂ ਸਾਈਕਲ ਨਹੀਂ ਸੀਗਾ। ਤੁਰ ਤੁਰ ਕੇ ਜਾਣਾ, ਲੋਕਾਂ ਨੇ ਸੁੱਤਿਆ ਹੋਣਾ, ਅਸੀਂ ਸੜਕਾਂ ਤੇ ਤੁਰ ਤੁਰ ਕੇ ਧੁੱਪਾਂ ਦੇ ਵਿੱਚ, ਮੈਂ ਦੁਪੱਟਾ ਫੇਸ ਕਵਰ ਕਰ ਲੈਣਾ ਹਨਾ, ਤੁਰ ਤੁਰ ਕੇ। ਵੀ ਕੀ ਕਰੀਏ ਵਾਹਿਗੁਰੂ ਮਹਾਰਾਜ ਜੀ, ਤੁਸੀਂ ਐਦਾਂ ਦੇ ਦਿਨ ਵੀ ਸਾਨੂੰ ਦਿਖਾਣੇ ਸੀ ਕਿ ਕਿਰਾਏ ਤੇ ਵੀ ਨਹੀਂ ਸਾਨੂੰ ਘਰ ਲੱਭ ਰਿਹਾ। ਕਿਰਾਏ ਤੇ ਰਹੇ 4 ਸਾਲ ਉਹ ਟੁੱਟੇ ਜੇ ਘਰ ਦੇ ਵਿੱਚ, ਕੀਤਾ ਗੁਜ਼ਾਰਾ, ਕੋਈ ਗੱਲ ਨਹੀਂ। ਚਲੋ ਫਿਰ ਹੁਣ ਹੌਲੀ ਹੌਲੀ ਬੱਚਿਆਂ ਦੀ ਕੰਡੀਸ਼ਨ ਸੰਵਰ ਰਹੀ ਆ, ਮਿਹਨਤ ਕਰ ਰਹੀਆਂ ਨੇ, ਅਸੀਂ ਥੋੜ੍ਹਾ ਕਿਰਾਇਆ ਵੱਧ ਭਰਨ ਜੋਗੇ ਵੀ ਹੋ ਗਏ। ਤਾਂ ਹੁਣ ਬੱਚਿਆਂ ਦਾ ਸੁਧਾਰ ਹੋ ਰਿਹਾ ਹੌਲੀ ਹੌਲੀ। ਪਰ ਮੈਨੂੰ ਇੰਝ ਆ ਪੁੱਤਰ ਵੀ ਇਹਦਾ ਘਰ ਬਣ ਜੇ, ਮੇਰੀਆਂ ਬੱਚੀਆਂ ਦਾ ਭਾਵੇਂ ਕੱਚਾ ਹੀ ਹੋਵੇ, ਆਪਣਾ ਹੋਣਾ ਘਰ ਬਹੁਤ ਜ਼ਰੂਰੀ ਆ। ਕਿਰਾਇਆਂ 'ਤੇ ਮੈਂ ਕਿੰਨਾ ਕੁ ਚਿਰ ਬਹੁਤ ਮੁਸ਼ਕਲ ਮਿਹਨਤ ਕਰਦੀਆਂ ਨੇ, ਉਹ ਦਿਨ ਰਾਤ ਦੀ ਮਿਹਨਤ ਜਿਹੜੀ, ਕਿਰਾਇਆ ਦੇਣਾ ਮੈਨੂੰ ਬਹੁਤ ਔਖਾ ਲੱਗਦਾ। ਜਿਹੜਾ ਆਪਣੀ ਛੱਤ ਹੋਏਗੀ ਨਾ ਕੱਚੀ, ਮੈਨੂੰ ਉਹ ਸਬਰ ਹੋਏਗਾ ਵੀ ਮੇਰੇ ਬੱਚਿਆਂ ਦੀ ਮਿਹਨਤ ਕਿਸੇ ਪਾਸੇ ਲੱਗ ਰਹੀ ਆ। ਹੁਣ ਕਿਰਾਇਆ ਦੇ ਦਿੰਦੇ ਆ ਬੇਟਾ, ਜਾ ਰਿਹਾ ਸਮਾਂ, ਵਾਪਸ ਨਹੀਂ ਆਉਂਦਾ ਮੁੜ ਕੇ। ਇਹ ਮੇਰੇ ਬੱਚਿਆਂ ਦੀ ਬਹੁਤ ਮਿਹਨਤ ਦੀ ਕਮਾਈ, ਮੈਨੂੰ ਪਤਾ ਮੈਂ ਕਿੱਦਾਂ ਕਿਰਾਏ ਭਰਦੀ। ਤੇ ਮੈਨੂੰ ਇਹੀ ਹੈ ਵੀ ਇਹਨਾਂ ਦਾ ਘਰ ਬਣ ਜੇ, ਇਹਨਾਂ ਦੀ ਅੱਛੀ ਪੜ੍ਹਾਈ ਦੇ ਨਾਲ ਨਾਲ ਇਹਨਾਂ ਨੂੰ ਅੱਛੀ ਨੌਕਰੀ ਮਿਲ ਜੇ, ਤੇ ਸਾਡੀ ਜਾਨ ਸੌਖੀ ਹੋ ਜਾਏਗੀ ਮਾਂ ਪਿਓ ਦੀ। ਤੁਹਾਡੇ ਪਤੀ ਵੀ ਬਿਮਾਰ ਨੇ, ਪਾਪਾ ਬਿਮਾਰ ਵੀ ਰਹਿੰਦੇ? ਹਾਂਜੀ ਬੇਟਾ, ਉਹਨਾਂ ਨੂੰ ਪੈਰਾਲਾਈਜ਼ 2-3 ਵਾਰੀ ਅਟੈਕ ਆ ਚੁੱਕਿਆ ਤੇ ਉਹਨਾਂ ਦੀ ਕੰਡੀਸ਼ਨ ਠੀਕ ਨਹੀਂ ਰਹਿੰਦੀ ਹੈਗੀ। ਹੁਣ ਥੋੜ੍ਹਾ ਬਹੁਤਾ ਉੱਠ ਕੇ ਮਤਲਬ ਪਾਣੀ ਪੀ ਲੈਂਦੇ ਨੇ, ਨਹੀਂ ਤਾਂ ਇੰਨੀ ਹਾਲਤ ਖ਼ਰਾਬ ਸੀ ਕਿ ਅਸੀਂ ਉਹਨਾਂ ਨੂੰ ਚੁੱਕ ਕੇ ਲੈ ਕੇ ਗਏ ਹਾਂ। ਤੇ ਜੋ ਮੈਂ ਦੱਸ ਨਹੀਂ ਸਕਦੀ, ਜੋ ਉਹਨਾਂ ਨੇ ਟਾਈਮ, ਮੈਂ ਆਪਣੀ ਨਿੱਕੀ ਜਿਹੀ ਉਮਰ ਦੇ ਵਿੱਚ ਬਹੁਤ ਆਪਣੇ ਆਦਮੀ ਨਾਲ ਸਟਰਗਲ ਕੱਟੀ ਹੈ। ਰੋਵੋ ਨਾ, ਤੁਹਾਡੀਆਂ ਬੇਟੀਆਂ ਨੇ, ਤੁਹਾਡਾ ਕਹਿੰਦੇ ਕਿ ਪੁੱਤਾਂ ਤੋਂ ਵੱਧ ਕੇ ਨੇ ਇਹ ਤੁਹਾਡੇ, ਤਾਂ ਜਿੱਦਾਂ ਤੁਹਾਡੇ ਨਾਲ ਖੜੀਆਂ ਤਾਂ ਉਹਨਾਂ ਤੋਂ ਵੀ ਵੱਧ ਕੇ ਨੇ। ਹਾਂਜੀ ਹਾਂਜੀ, ਸਾਡੀਆਂ ਦੁਆਵਾਂ ਨੇ ਇਹਨਾਂ ਦੇ ਨਾਲ। ਮੈਨੂੰ ਪਤਾ ਮੇਰੇ ਵਾਹਿਗੁਰੂ ਮਹਾਰਾਜ ਨੇ ਇਹਨਾਂ ਨੂੰ ਬਹੁਤ, ਇਹਨਾਂ ਤੇ ਕਿਰਪਾ ਕਰਨੀ, ਤੇ ਸੁਣ ਵੀ ਰਹੇ ਨੇ, ਐਸੀ ਗੱਲ ਨਹੀਂ। ਔਰ ਬੱਚੀਆਂ ਮੇਰੀਆਂ ਬਹੁਤ ਮਿਹਨਤੀ ਨੇ, ਬਸ ਇਹਨਾਂ ਦਾ ਘਰ ਬਣ ਜੇ ਤੇ ਇਹਨਾਂ ਨੂੰ ਅੱਛੀ ਨੌਕਰੀ ਮਿਲ ਜੇ, ਮੈਂ ਇਹੀ ਦੁਆ ਕਰਦੀ ਹਾਂ ਰੱਬ ਅੱਗੇ। ਅੰਕਲ ਨੂੰ ਪੈਰਾਲਾਈਜ਼ ਕਿੱਦਾਂ ਹੋਇਆ? ਕੋਈ ਟੈਨਸ਼ਨ ਬਾਤ ਹੀ ਲੈਂਦੇ ਸੀਗੇ ਕਿ ਘਰ ਵੀ ਨਹੀਂ ਸਿਰ ਤੇ ਆ, ਛੱਤ ਵੀ ਨਹੀਂ ਆ, ਬੇਟੀਆਂ ਵੀ ਜਵਾਨ ਹੋ ਗਈਆਂ? ਹਾਂਜੀ, ਬੱਚੇ ਜਿੰਨਾ ਚਿਰ ਮੇਰੇ ਹਸਬੈਂਡ ਕਮਾਉਂਦੇ ਸੀਗੇ, ਮੈਂ ਐਵੇਂ ਕਹਾਂ ਇਹਨਾਂ ਨੂੰ ਅਸੀਂ
ਹਰ ਚੀਜ਼ ਜਿੰਨੇ ਜੋਗੇ ਸੀ ਕੀਤਾ, ਪਰ ਹੁਣ ਉਹ ਦੱਸ ਨਹੀਂ ਸਕਦੇ, ਉਹਨਾਂ ਦੀ ਮਜਬੂਰੀ ਆ ਹਨਾ। ਤੇ ਬੈਠੇ ਪਾਠ ਕਰਦੇ ਰਹਿੰਦੇ ਨੇ, ਕਹਿੰਦੇ ਨੇ ਕੋਈ ਗੱਲ ਨਹੀਂ ਹਰਪ੍ਰੀਤ, ਉਹ ਵਾਹਿਗੁਰੂ ਤੇ ਮਹਾਰਾਜ ਤੇ ਛੱਡ ਦੇ, ਜੋ ਹੋਣਾ ਨਾ ਉਹ ਅੱਛਾ ਹੀ ਕਰਨਗੇ। ਪਰ ਮੈਂ ਹਮੇਸ਼ਾ ਉਹਨਾਂ ਦੀ ਜਾਨ ਦੀਆਂ ਦੁਆਵਾਂ ਮੰਗਦੀ ਰਹਿੰਦੀ ਕਿ ਸਾਡੇ 'ਚ ਬੈਠੇ ਰਹਿਣ, ਮੈਨੂੰ ਉਹਨਾਂ ਦੇ ਕੰਮ ਦੀ ਵੀ ਜ਼ਰੂਰਤ ਨਹੀਂ, ਉਹ ਠੀਕ ਰਹਿਣ ਬਸ। ਬੱਚਿਆਂ ਦੇ ਸਿਰ ਤੇ ਇੱਕ ਮਾਂ ਪਿਓ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ ਪੁੱਤਰ। ਇਹੀ ਮੈਂ ਚਾਹੁੰਦੀ ਹਾਂ ਕਿ ਲੰਬੀ ਉਮਰ ਹੋਵੇ ਉਹਨਾਂ ਦੀ, ਪਰ ਉਹ ਆਪਣੀ ਬੱਚੀਆਂ ਲਈ ਦਿਨ ਰਾਤ ਦੁਆਵਾਂ ਕਰਦੇ ਨੇ ਕਿ ਮੇਰੀਆਂ ਬੱਚੀਆਂ ਪੜ੍ਹ ਲਿਖ ਕੇ ਕੁਛ ਅੱਛੇ ਮੁਕਾਮ ਨੂੰ ਹਨਾ ਪ੍ਰਾਪਤ ਕਰਨ। ਤੇ ਮੈਨੂੰ ਵੀ ਇਹੀ ਮੇਰੀ ਰੱਬ ਅੱਗੇ ਬੇਨਤੀ ਹੈ ਕਿ ਮੇਰੀਆਂ ਬੱਚੀਆਂ ਦੀ ਜ਼ਿੰਦਗੀ ਸਵਰ ਜੇਗੀ ਜੇ ਇਹਨਾਂ ਨੂੰ ਅੱਛੀ ਨੌਕਰੀ ਤੇ ਆਪਣੇ ਸੁਪਨੇ ਪੂਰੇ ਕਰਨੇ। ਕਹਿੰਦੇ ਕਿ ਵੈਸੇ ਰਿਸ਼ਤੇਦਾਰਾਂ ਦੀ ਗੱਲ ਕਰੀਏ, ਅੱਜ ਕੱਲ ਤਾਂ ਸਮਾਂ ਹੀ ਇਹੋ ਜਿਹਾ ਆ ਗਿਆ ਕਿ ਕੋਈ ਕਿਸੇ ਨਾਲ ਖੜਦਾ ਨਹੀਂ ਹੈ, ਹਨਾ। ਸਕਾ ਭਰਾ ਵੀ ਹੋਵੇ, ਸਕੀ ਭੈਣ ਵੀ ਹੋਵੇ, ਉਹ ਵੀ ਥੋੜਾ ਜਿਹਾ ਮੂੰਹ ਹਾਲਾਤ ਘਰ ਦੇ ਵੇਖ ਕੇ ਪਾਸੇ ਵੱਟ ਲੈਂਦਾ, ਹਨਾ। ਤਾਂ ਤੁਹਾਡੇ ਨਾਲ ਉਸ ਟਾਈਮ ਤੇ ਜਦੋਂ ਮਾੜਾ ਦੌਰ ਚੱਲ ਰਿਹਾ ਸੀਗਾ, ਹਨਾ, ਤਾਂ ਉਦੋਂ ਕਿਸੇ ਨੇ ਕਿਹਾ ਨਹੀਂ ਗਾ ਕਿ ਸਾਡੇ ਇੱਥੇ ਕਮਰੇ ਹੈਗੇ ਆ, ਥੋੜੀ ਦੇਰ ਸਾਡੇ ਘਰੇ ਬਹਿ ਜਾਓ ਜਾਂ ਕੁਝ ਵੀ ਹੈ, ਇੱਥੇ ਥੋੜਾ ਗੁਜ਼ਾਰਾ ਕਰ ਲਓ, ਕੋਈ ਰਿਸ਼ਤੇਦਾਰ ਨਹੀਂ ਖੜਿਆ ਆ ਕੇ ਨਾਲ? ਥੋੜਾ ਬਹੁਤਾ ਬੱਚੇ ਜਿੰਨੇ ਜੋਗੇ ਸੀ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਜਦੋਂ ਲੋਕਡਾਊਨ ਹੋ ਗਿਆ ਤੇ ਅਗਲੇ ਇਹੀ ਕਹਿਣ ਲੱਗੇ ਵੀ ਦੇਖੋ ਜੀ, ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਭ ਦੀ ਕੰਡੀਸ਼ਨ ਐਦਾਂ ਦੀਆਂ ਹੋ ਗਈਆਂ, ਆਪਾਂ ਕਿਸੇ ਨੂੰ ਗੁੱਸੇ ਹੋ ਕੇ ਨਹੀਂ ਦਿਖਾ ਸਕਦੇ। ਤਾਂ ਮੈਂ ਤੇ ਇਹੀ ਬੱਚਿਆਂ ਨੂੰ ਸਿਖਾਇਆ ਵੀ ਪੁੱਤਰ, ਜਿੰਨਾ ਚਿਰ ਤੁਸੀਂ ਮਿਹਨਤ ਕਰ ਰਹੇ ਹੋ, ਜਿਹੜੇ ਸਾਡੇ 10 ਰੁਪਏ ਵੀ ਸਾਡੇ ਹੱਥ 'ਚ ਨੇ ਉਹੀ ਸਾਡੇ ਨੇ, ਅਦਰਵਾਈਜ਼ ਸਾਨੂੰ ਕਿਸੇ ਦੀ ਕਮਾਈ ਦਾ ਕੋਈ ਭਾਅ ਨਹੀਂ ਹੈਗਾ, ਹਨਾ। ਲਾਕਡਾਊਨ ਦੇ ਵਿੱਚ ਤਾਂ ਫਿਰ ਬਹੁਤ ਔਖਾ ਸਮਾਂ ਨਿਕਲਿਆ ਹੋਏਗਾ ਤੁਹਾਡਾ। ਲੋਕਡਾਊਨ ਦੇ ਵਿੱਚ ਥੋੜੀ ਦੇਰ ਸਾਡੀ ਕਿਸੇ ਨੇ ਮਤਲਬ ਰਿਲੇਟਿਵਸ ਦੇ ਵਿੱਚ ਇਹਦੇ ਪਾਪਾ ਕੀਰਤਨ ਕਰਦੇ ਨੇ, 1-2 ਮਹੀਨੇ ਹੈਲਪ ਕੀਤੀ, ਸਾਨੂੰ ਰਾਸ਼ਨ ਲੈ ਕੇ ਦਿੱਤਾ। ਉਸ ਤੋਂ ਬਾਅਦ ਸਾਨੂੰ ਬਹੁਤ ਔਖਾ ਹੋਇਆ, ਬਹੁਤ ਪਰੇਸ਼ਾਨੀ ਹੋ ਗਈ। ਉਸ ਤੋਂ ਬਾਅਦ ਕਿਸੇ ਨੇ ਹੈਲਪ ਨਹੀਂ ਕੀਤੀ ਬੇਟਾ, ਪਰੇਸ਼ਾਨ ਹੋ ਗਏ, ਰਾਸ਼ਨ ਤੋਂ ਵੀ ਔਖੇ ਹੋ ਗਏ ਸੀਗੇ। ਹੁਣ ਵੀ ਹੋ ਜਾਂਦੇ ਆ, ਪਰ ਦੇਖੋ ਹੁਣ ਬੱਚੀਆਂ ਮਿਹਨਤ ਕਰਦੀਆਂ ਨੇ, ਆਪਣੀ ਪੜ੍ਹਾਈ ਦਾ ਖਰਚਾ ਕਰਦੀਆਂ ਨੇ, ਔਰ ਇਹਨਾਂ ਨੂੰ ਪੈਸੇ ਵੀ ਚਾਹੀਦੇ ਨੇ, ਕਿਤਾਬਾਂ ਵੀ ਚਾਹੀਦੀਆਂ ਨੇ, ਕੱਪੜਾ ਵੀ ਅੱਛਾ ਚਾਹੀਦਾ। ਪਰ ਮੇਰੀਆਂ ਬੱਚੀਆਂ ਕਦੇ ਵੀ ਅੱਕੀਆਂ ਨਹੀਂ ਹੈਗੀਆਂ ਵੀ ਚਲੋ ਠੀਕ ਹੈ, ਮਹਾਰਾਜ ਹਿੰਮਤ ਦੇਈ ਜਾਣ, ਇਹਨਾਂ ਨੂੰ ਮਿਹਨਤ ਕਰ ਰਹੀਆਂ ਨੇ, ਬਲ ਬਖਸ਼ਣ ਪਰਮਾਤਮਾ। ਸਾਹਿਬ, ਜਿੱਦਾਂ ਮਾਤਾ ਜੀ ਦੱਸ ਰਹੇ ਕਿ ਉਹ ਬਹੁਤ ਔਖਾ ਟਾਈਮ ਸੀਗਾ, ਹਨਾ। ਲੋਕਡਾਊਨ 'ਚ ਤਾਂ ਚੰਗੇ ਭਲਿਆਂ ਦੀ ਜਿਹੜੀ ਸੀ ਭਿਆਂ ਭੁੱਲ ਗਈ ਸੀ, ਹਨਾ, ਕਿ ਅਸੀਂ ਕੀ ਕਰਨਾ ਹੈ। ਪਰ ਤੁਹਾਡੇ ਤੇ ਤਾਂ ਸਮਾਂ ਹੀ ਵਾਹਿਗੁਰੂ ਨੇ ਐਵੇਂ ਦਾ ਲੈਂਦਾ ਸੀ ਕਿ ਤੁਸੀਂ ਕਿਰਾਏ ਦੇ ਘਰ ਤੇ ਵੀ ਰਹਿ ਰਹੇ ਸੀ, ਉੱਪਰੋਂ ਜਿਹੜਾ ਤੁਹਾਡਾ ਕੰਮਕਾਜ ਹੈ ਉਹ ਵਿਆਹਾਂ ਤੇ ਡਿਪੈਂਡ ਸੀਗਾ, ਹਨਾ, ਫੰਕਸ਼ਨ ਤੇ ਡਿਪੈਂਡ ਸੀ ਕਿ ਜੇ ਤੁਹਾਨੂੰ ਕੋਈ ਸੱਦੇਗਾ ਤਾਂ ਹੀ ਚਾਰ ਪੈਸੇ ਆਉਣੇ ਆ, ਨਹੀਂ ਤਾਂ ਤੁਹਾਨੂੰ ਵੀ ਕਿਤੋਂ ਪੈਸਾ ਨਹੀਂ ਮਿਲਣਾ ਸੀਗਾ। ਹਾਂਜੀ, ਮੈਂ ਬਹੁਤ ਜ਼ਿਆਦਾ ਅਸੀਂ ਡਿਪਰੈਸ਼ਨ 'ਚ ਹੋ ਗਏ ਸੀ ਕਿਉਂਕਿ ਕੰਮ ਤਾਂ ਬਿਲਕੁਲ ਵੀ ਨਹੀਂ ਸੀਗਾ। ਤੇ ਜੇ ਕਿਸੇ ਨੂੰ ਫੋਨ ਲਾਉਣਾ, ਮਤਲਬ ਕਿ ਪਹਿਲੇ ਮਹੀਨੇ ਦੇ ਵਿੱਚ ਜਿੰਨੇ ਵੀ ਆਪਣੇ ਰਿਲੇਟਿਵ ਸੀਗੀਆਂ, ਮੇਰੇ ਫਰੈਂਡ ਸੀਗੇ ਮੇਰੀ ਲਾਈਨ 'ਚ, ਸਭ ਨੇ ਹੈ ਨਾ ਥੋੜ੍ਹੀ ਬਹੁਤੀ ਹੈਲਪ ਕੀਤੀ। ਕਿਸੇ ਨੇ 1000 ਪਾ ਦੇਣਾ, ਕਿਸੇ ਨੇ 2000 ਪਾ ਦੇਣਾ ਕਿ ਚਲੋ ਤੁਸੀਂ ਆਪਦਾ ਰਾਸ਼ਨ ਲੈ ਆਓ। ਪਰ ਜਦੋਂ ਉਹਨਾਂ ਦਾ ਵੀ ਹੱਥ ਟਾਈਟ ਹੋ ਗਿਆ ਤੇ ਅਗਲੇ ਨੇ ਫੋਨ ਚੱਕਣੋਂ ਵੀ ਬੰਦ ਕਰਤਾ, ਤਾਂ ਫਿਰ ਐਸੀ ਕੰਡੀਸ਼ਨ ਆ ਗਈ ਕਿ ਇੱਕ ਟਾਈਮ ਅਸੀਂ ਸਵੇਰੇ ਰੋਟੀ ਖਾਣੀ, ਦੁਪਹਿਰ ਦਾ ਪਤਾ ਨਹੀਂ ਹੁੰਦਾ ਸੀ, ਜਾਂ ਸ਼ਾਮ ਨੂੰ ਖਿਚੜੀ ਬਣਾ ਲੈਣੀ। ਐਦਾਂ ਦੀ ਕੰਡੀਸ਼ਨਸ ਦੇਖੀਆਂ ਨੇ ਕਿ ਅਸੀਂ 2-2 ਟਾਈਮ ਭੁੱਖੇ ਵੀ ਰਹੇ ਹਾਂ। ਹਾਂਜੀ, ਤੇ ਮਤਲਬ ਕਿ ਬਹੁਤ ਜਦੋਂ ਜਿੰਨਾ ਕੁ ਰਾਸ਼ਨ ਹੁੰਦਾ ਸੀ ਬਚਾ ਬਚਾ ਕੇ ਕਿ ਇੰਨੇ ਦਿਨ ਕੱਢ ਲਾਂਗੇ, ਜਾਂ ਸਾਬਣ ਥੋੜ੍ਹੀ ਲਾਓ, ਸਰਫ ਥੋੜ੍ਹਾ ਲਾਓ, ਕਿਉਂਕਿ ਰਾਸ਼ਨ ਤੱਕ ਵੀ ਮਿਲਣਾ ਬੰਦ ਹੋ ਗਿਆ ਸੀ। ਬਹੁਤ ਔਖੀ ਕੰਡੀਸ਼ਨ ਦੇਖੀ, ਪਰ ਚਲੋ ਉਸ ਕੰਡੀਸ਼ਨ 'ਚ ਜਦੋਂ ਬਾਹਰ ਆਏ, ਪਰ ਹੌਲੀ ਹੌਲੀ ਰੱਬ ਨੇ ਬਾਂਹ ਫੜੀ, ਹੈ ਨਾ, ਕੰਮ ਥੋੜ੍ਹਾ ਜਿਹਾ ਸ਼ੁਰੂ ਹੋ ਗਿਆ, ਖੁੱਲ੍ਹਿਆ। ਫਿਰ ਕਿਤੇ ਜਾ ਕੇ ਇੱਕ ਨਵੀਂ ਕਿਰਨ ਦਿਖੀ ਕਿ ਹਾਂ ਕੁਝ ਹੈਗਾ। ਨਹੀਂ ਤਾਂ ਡਿਪਰੈਸ਼ਨ 'ਚ ਲੜਾਈਆਂ ਹੁੰਦੀਆਂ ਸੀ ਘਰ 'ਚ ਬੈਠੇ, ਇੱਕ ਦੂਜੇ ਨਾਲ ਲੜੀ ਜਾਣਾ ਕਿ ਪੈਸੇ ਹੈ ਨਹੀਂ, ਜਾਂ ਮੰਮੀ ਨੂੰ ਦੇਖੀ ਜਾਣਾ ਚੁੱਪ ਕਰਕੇ ਬੈਠੇ ਨੇ, ਪੁਨੀਤ ਨੂੰ ਦੇਖੀ ਜਾਣਾ। ਆਪਣੇ ਸਿਰ ਤੇ ਬਹੁਤ ਜ਼ਿਆਦਾ ਬੋਝ ਪੈ ਗਿਆ ਸੀ। ਇਹਨਾਂ ਨੇ ਮੈਨੂੰ ਕਹਿਣਾ ਤੂੰ ਚੁੱਪ ਕਿਉਂ ਰਹਿੰਦੀ ਹੈ, ਪਰ ਮੈਂ ਕਿਵੇਂ ਦੱਸਾਂ ਕਿ ਮੇਰੇ ਤੇ ਕੀ ਬੀਤ ਰਿਹਾ, ਕਿਉਂਕਿ ਜਿੱਥੇ ਪੈਸਾ ਨਾ ਹੋਵੇ, ਰੋਟੀ ਨਾ ਹੋਵੇ, ਉੱਥੇ ਫਿਰ ਆਪਣਾ ਵੀ ਚੰਗਾ ਨਹੀਂ ਲੱਗਦਾ ਹੈਗਾ, ਹੈ ਨਾ। ਤੁਸੀਂ ਵੱਡੇ ਵੀ ਹੋ ਘਰ 'ਚੋਂ, ਹਾਂਜੀ, ਹਨਾ। ਤੇ ਜ਼ਿੰਮੇਵਾਰੀ ਵੀ ਸੀ ਇੱਕ। ਤੇ ਦੇਖੋ ਆਪਾਂ ਰੋਟੀ ਪਿੱਛੇ ਹੀ ਸਾਰੇ ਤੁਰੇ ਫਿਰਦੇ ਆ ਕੰਮ ਕਰਨ ਲਈ, ਜੇ ਉਹੀ ਨਾ ਮਿਲੇ ਤਾਂ ਫਿਰ ਦੇਖੋ ਕੀ ਹਾਲ ਹੁੰਦਾ। ਪਰ ਚਲੋ ਇੰਨਾ ਕਿ ਇੱਦਾਂ ਦੀ ਕੰਡੀਸ਼ਨਸ ਵੀ ਆਈ, ਫਿਰ ਉਹ ਨਿਕਲ ਚੁੱਕਿਆ ਹੈ ਉਹ ਉੱਥੋਂ। ਤੇ ਹੁਣ ਚਲੋ ਇੰਨਾ ਕਿ ਰੱਬ ਨੇ ਬਾਂਹ ਫੜੀ ਹੈ, ਬਾਕੀ ਇਹ ਕਿ ਪੜ੍ਹੀ ਜਾਂਦੇ ਆ। ਤੇ ਇੰਨਾ ਹੈ ਕਿ ਪਰ ਇੱਥੇ ਹੈ ਇੱਦਾਂ ਆ ਕਿ ਇੰਡੀਆ 'ਚ ਜੇ ਜੋਬ ਲੱਭਦੇ ਆ ਤਾਂ ਇੱਥੇ ਪੂਰੀ ਨਹੀਂ ਪੈਂਦੀ। ਸੁਪਨਾ ਹੈ ਕਿ ਚਲੋ ਇੱਕ ਅੱਧਾ ਬਾਹਰ ਦਾ ਗੇੜਾ ਲੱਗ ਜੇ ਤਾਂ ਬੰਦਾ ਸੈੱਟ ਹੋ ਜਾਂਦਾ। ਉੱਥੇ ਗੱਲ ਇਹ ਨਹੀਂ ਹੈ ਕਿ ਇੱਥੇ ਵੀ ਕੰਮ ਹੈ, ਉੱਥੇ ਵੀ ਕੰਮ ਹੈ, ਪਰ ਗੱਲ ਇਹ ਹੈ ਕਿ ਉੱਥੇ ਸਾਡੀ ਥੋੜ੍ਹੀ ਮਿਹਨਤ ਵੱਧ, ਪੈਸੇ ਵਧੀਆ ਆਪਾਂ ਨੂੰ ਮਿਲ ਜਾਂਦੇ ਨੇ, ਬਣ ਜਾਂਦੇ ਨੇ, ਹੈ ਨਾ। ਕਿੱਥੇ ਤੇ 10,000 ਬਣਨਾ, ਕਿੱਥੇ ਉੱਥੇ 2-3 ਦਿਨ 'ਚ ਪੂਰਾ ਹੋ ਜਾਣਾ, ਕਿਉਂਕਿ ਅਸੀਂ ਕੰਮ ਕੀਤਾ ਨਾ ਸ਼ੁਰੂ ਤੋਂ, ਸਾਨੂੰ ਮਿਹਨਤ ਦੀ ਆਦਤ ਹੈ।
ਕਿਸੇ ਤੋਂ ਲੈ ਕੇ ਨਹੀਂ, ਹਾਂ ਮਿਹਨਤ ਕਰਾਂਗੇ। ਅਗਰ ਮੈਂ ਆਪਣੇ ਮੇਰੇ ਰਿਸ਼ਤੇਦਾਰ ਵੀ ਬਹੁਤ ਨੇ, ਮੈਂ ਉਹਨਾਂ ਨੂੰ ਸਿੱਧਾ ਡਾਇਰੈਕਟ ਇਹ ਵੀ ਕਿਹਾ ਕਿ ਆਪਾਂ ਤੁਹਾਡੇ ਵੀ ਨਹੀਂ ਰਹਿੰਦੇ, ਤੁਸੀਂ ਸਿਰਫ ਇੰਨੀ ਕੁ ਹੈਲਪ ਕਰ ਦਿਓ ਕਿ ਹਾਂ ਤੁਸੀਂ ਸਾਨੂੰ ਪਹੁੰਚਾਉਣ ਤੱਕ ਦਾ ਕੰਮ ਕਰ ਦਿਓ ਬਾਹਰ, ਅਸੀਂ ਆਪ ਕੰਮ ਕਰਕੇ ਜਿੰਨੇ ਵੀ ਤੁਹਾਡੇ ਪੈਸੇ ਆਪ ਮੈਂ ਲਾਉਣ ਨੂੰ ਤਿਆਰ ਹਾਂ, ਮੈਨੂੰ ਭਾਵੇਂ ਪੋਚਾ ਲਾਉਣ ਤੇ ਲਾ ਦਿਓ, ਮੈਂ ਕੰਮ ਤੋਂ ਨਹੀਂ ਉਹ ਕਰਦੀ ਹੈਗੀ ਕਿ ਕੰਮ ਜਿੱਥੇ ਮਿਲੇ ਡਟ ਕੇ ਕਰਨਾ ਹੈ, ਪਰ ਇੰਨਾ ਹੈ ਕਿ ਆਪਣੇ ਮਾਪਿਓ ਦਾ ਖਰਚਾ ਤੇ ਸਾਡਾ ਘਰ ਬਣ ਜੇ, ਮੈਨੂੰ ਉਸ ਤੋਂ ਉੱਤੇ ਕੁਛ ਨਹੀਂ ਚਾਹੀਦਾ ਬਸ। ਜਦੋਂ ਤੁਹਾਡੀ ਪਹਿਲੀ ਵਾਰ ਤੁਸੀਂ ਕੋਈ ਸ਼ੋਅ ਲਾਇਆ, ਜਦੋਂ ਤੁਹਾਨੂੰ ਲੱਗਾ ਕਿ ਨਹੀਂ ਅੱਜ ਸਾਨੂੰ ਸ਼ੋਅ ਆਇਆ, ਉਹ ਪਹਿਲਾ ਸ਼ੋਅ ਕਿਹੜਾ ਸੀ? ਐਂਡ ਜਦੋਂ ਪਹਿਲੀ ਵਾਰੀ ਲਾਉਣ ਗਏ ਹੋ, ਉਦੋਂ ਅੰਦਰ ਘਬਰਾਹਟ ਵੀ ਸੀ ਔਰ ਖੁਸ਼ੀ ਵੀ ਬਹੁਤ ਸੀ ਕਿ ਸ਼ੁਕਰ ਹੈ ਕੰਮ ਆਇਆ? ਪਹਿਲੀ ਵਾਰ ਜਦੋਂ ਅਸੀਂ ਗਏ ਆ, ਯਾਦ ਤਾਂ ਮੈਨੂੰ, ਮੈਂ ਛੋਟੀ ਸੀਗੀ ਉਦੋਂ ਥੋੜੀ ਜੀ, ਮੈਂ ਹੈਗੀ ਸੀ 8th ਕਲਾਸ 'ਚ, ਇਹ ਥੋੜੀ ਵੱਡੀ ਸੀ 9th 10th 'ਚ ਸੀਗੀ। ਤੇ ਮੰਮੀ ਨੇ ਕਹਿਣਾ, ਮਤਲਬ ਮੰਮੀ ਨੇ ਸਾਨੂੰ ਸ਼ੁਰੂ ਤੋਂ ਸੋਲ ਨਹੀਂ ਬਣਾਇਆ, ਮਤਲਬ ਸ਼ੁਰੂ ਤੋਂ ਹੀ ਮਿਹਨਤ ਕਰਨੀ ਸਿਖਾਈ ਹੈ। ਤੇ ਪੈਸੇ ਉਦੋਂ ਥੋੜੇ ਵੀ ਹੁੰਦੇ ਸੀ, ਪਰ ਥੋੜੇ ਪੈਸੇ 'ਚ ਵੀ ਸਾਨੂੰ ਇੰਨੀ ਖੁਸ਼ੀ ਹੁੰਦੀ ਸੀ ਕਿ ਮੰਮੀ ਅਸੀਂ ਪਹਿਲੀ ਵਾਰ ਦੇਖੋ ਅੱਜ ਆਪਣੀ ਮਿਹਨਤ ਨਾਲ ਗਾ ਕੇ ਕਮਾ ਕੇ ਲਿਆਏ ਆ। ਪਰ ਉਦੋਂ ਥੋੜਾ ਡਰ ਜਾ ਵੀ ਲੱਗ ਰਿਹਾ ਸੀ ਵੀ ਕਿੰਨੇ ਬੰਦੇ ਨੇ ਹਨਾ, ਕਿੰਨੇ ਲੋਕ ਨੇ, ਐਵੇਂ ਦੀ ਫੈਮਿਲੀ ਹੈ, ਕਿਵੇਂ ਦੀ ਹੋਏਗੀ ਵੀ ਉਹਨਾਂ 'ਚ ਖੜੇ ਅਸੀਂ ਗਾ ਰਹੇ ਹਾਂ। ਕੋਈ ਗਲਤ ਨਿਗਾਹ ਨਾਲ ਵੀ ਦੇਖਦਾ ਹੁੰਦਾ, ਕੋਈ ਸਹੀ ਨਿਗਾਹ ਨਾਲ ਵੀ ਦੇਖਦਾ ਹੁੰਦਾ ਹੈ ਨਾ, ਤੇ ਆਪਣੇ ਆਪ ਨੂੰ ਫੀਲ ਤਾਂ ਹੁੰਦਾ ਹੀ ਹੈ ਜ਼ਰੂਰ, ਕਿਉਂਕਿ ਆਰਟਿਸਟ ਦੀ ਥੋੜੀ ਜਿਹੀ ਕਦਰ ਉੱਥੇ ਘੱਟ ਜਾਂਦੀ ਹੈ ਵੀ ਹਾਂ ਵੀ ਉਹਨੇ ਇੱਕ ਲੈਵਲ ਤੇ ਗਾ ਰਿਹਾ। ਬਟ ਮਜ਼ਾ ਆਉਂਦਾ ਹੈ ਵੀ ਜਦੋਂ ਆਪਾਂ ਪਹਿਲੀ ਵਾਰ ਕਮਾਈ ਕਰਕੇ ਲਿਆਉਂਦੇ ਹਾਂ, ਭਾਵੇਂ 700-800 ਹੀ ਹੋਵੇ, ਪਰ ਉਸ 'ਚ ਸਾਨੂੰ ਬਹੁਤ ਖੁਸ਼ੀ ਹੋਈ। ਹਾਂਜੀ ਤਾਨੇ ਮੈਨੇ ਵੀ ਸੁਣਨੇ ਪਏ ਕਦੇ ਕਿਸੇ ਦੇ? ਹਾਂਜੀ ਹਾਂਜੀ, ਬਹੁਤ ਤਾਨੇ ਮਿਹਣੇ ਸੁਣਨੇ ਪੈਂਦੇ ਨੇ। ਤੇ ਈਵਨ ਕਿ ਬਹੁਤ ਰਿਸ਼ਤੇਦਾਰਾਂ ਨੇ ਕਿਹਾ ਕਿ ਹਨਾ ਕਿ ਇਹ ਗਾਉਂਦੀਆਂ ਨੇ ਜਾਂ ਇਹਨਾਂ ਦਾ ਤਾਂ ਨੱਚਦੀਆਂ ਫਿਰਦੀਆਂ ਨੇ, ਕੰਜਰ ਕੀਤਾ ਖੋਲਿਆ ਹੋਇਆ, ਬਹੁਤ ਕੁਝ ਸੁਣਨ ਨੂੰ ਮਿਲਦਾ। ਮੂੰਹ ਤੇ ਨਹੀਂ ਕਰਦਾ ਅਗਲਾ, ਪਿੱਠ ਪਿੱਛੇ ਬਹੁਤ ਕੁਝ ਗੱਲਾਂ ਸੁਣਨ ਨੂੰ ਮਿਲੀਆਂ, ਪਰ ਅਸੀਂ ਉਹ ਗੱਲਾਂ ਨੂੰ ਇਗਨੋਰ ਕਰਕੇ ਆਪਣਾ ਅੱਗੇ ਵਧੇ ਹਾਂ, ਕਿਉਂਕਿ ਲੋਕਾਂ ਦਾ ਕੰਮ ਹੁੰਦਾ ਬੋਲਣਾ ਤੇ ਸਾਡਾ ਕੰਮ ਹੁੰਦਾ ਉਹ ਆਪਣਾ ਕੰਮ ਕਰਨਾ। ਕਿਉਂਕਿ ਅੱਜ ਚਲੋ ਇੱਥੇ ਤੱਕ ਵਧੀਆ ਹਨਾ, ਚਲੋ ਹਜੇ ਆਪਾਂ ਉਸ ਲੈਵਲ ਤੇ ਨਹੀਂ ਗਏ, ਪਰ ਹਾਂ ਇੰਨਾ ਕਿ ਆਪਣਾ ਨਾਮ ਜ਼ਰੂਰ ਇੱਥੇ ਆਪਣਾ ਘਰਦਿਆਂ 'ਚ ਜਾਂ ਆਪਣੇ ਰਿਲੇਟਿਵਸ 'ਚ ਬਣਾਇਆ ਕਿ ਹਾਂ ਹੁਣ ਜਿੱਥੇ ਜਾਂਦੇ ਹਾਂ ਕਹਿੰਦੇ ਕਿ ਹਾਂ ਕਿ ਆਪਣੇ ਮਾਪਿਓ ਨੂੰ ਸਟੈਂਡ ਕੀਤਾ ਹੋਇਆ ਵਧੀਆ, ਆਪਣਾ ਸਾਰਾ ਕੁਝ ਕਰਦੀਆਂ ਨੇ। ਹਾਲ ਹੀ ਹੁਣ ਮੇਰਾ ਗਾਣਾ ਵੀ ਜਿੱਦਣ ਦਾ ਆਇਆ ਹਨਾ, ਤੇ ਸਾਰੇ ਰਿਸ਼ਤੇਦਾਰਾਂ ਨੇ ਬਹੁਤ ਬਲੈਸਿੰਗਸ, ਜਿਹੜੇ ਫੋਨ ਵੀ ਨਹੀਂ ਚੱਕਦੇ ਸੀ ਉਹਨਾਂ ਨੇ ਵੀ ਕਾਲ ਕਰਕੇ ਮੰਮੀ ਨੂੰ ਵਧਾਈਆਂ ਦਿੱਤੀਆਂ ਨੇ। ਚਲੋ ਵਧੀਆ ਗੱਲ ਹੈ, ਇੱਦਾਂ ਹੀ ਹੌਲੀ ਹੌਲੀ। ਪਰ ਇੱਦਾਂ ਹੈ ਕਿ ਜੇ ਤੁਹਾਡੀ ਜੇਬ 'ਚ 4 ਪੈਸੇ ਨੇ ਤਾਂ ਤੁਹਾਡੇ ਨਾਲ ਸਾਰੇ ਪਿਆਰ, ਤੇ ਜੇ ਨਹੀਂ ਹੈਗੇ ਤੇ ਤੁਹਾਨੂੰ ਇਹ ਕੀ ਹੈ ਤੇ ਕੌਣ ਹੈ ਇਹ, ਕੋਈ ਨਹੀਂ ਫੋਨ ਚੱਕਦਾ ਕਿਸੇ ਦਾ। ਤੁਸੀਂ ਗੱਲ ਕੀਤੀ ਰਿਸ਼ਤੇਦਾਰਾਂ ਦੀ ਹਨਾ, ਪਰ ਜਿੱਦਾਂ ਤੁਸੀਂ ਇੰਨਾ ਸਟਰਗਲ ਕੀਤਾ, ਪਰ ਤੁਹਾਡੇ ਜਿਹੜੇ ਆਮ ਤੁਹਾਡੇ ਰਿਸ਼ਤੇਦਾਰ ਚੋਂ ਬਹੁਤ ਵੱਡੇ ਵੱਡੇ ਕਲਾਕਾਰ ਨੇ ਹਨਾ, ਪਰ ਤੁਸੀਂ ਕਦੇ ਉਹਨਾਂ ਵੱਲ ਨਹੀਂ ਦੇਖਿਆ ਕਿ ਹਾਂ ਉਹ ਆਉਣਗੇ ਸਾਡੀ ਬਾਂਹ ਫੜਨਗੇ? ਮੈਂ ਦੱਸ ਦੇਣਾ ਚਾਹਾਂਗੀ ਕਿ ਦਲੇਰ ਮਹਿੰਦੀ ਉਹਨਾਂ ਦੇ ਨਾਲ ਵੀ ਰਿਸ਼ਤੇਦਾਰੀ ਹੈ, ਗੁਰਲੇਜ਼ ਅਖਤਰ ਉਹਨਾਂ ਦੀ ਦੂਰ ਦੀ ਆ, ਦੂਰ ਦੀ ਰਿਸ਼ਤੇਦਾਰੀ ਇਹਨਾਂ ਦੀ। ਪਰ ਇਹਨਾਂ ਨੇ ਐ ਨਹੀਂ ਸੋਚਿਆ ਹੈਗਾ ਗਾ ਕਿ ਅਸੀਂ ਉਹਨਾਂ ਵੱਲ, ਉਹਨਾਂ ਦੇ ਮੂੰਹ ਵੱਲ ਝਾਕੀਏ ਜਾਂ ਉਹ ਸਾਡੀ ਉਹ ਹੈਲਪ ਕਰਨਗੇ, ਅਸੀਂ ਰਿਸ਼ਤੇਦਾਰੀ ਚੋਂ ਆ ਜਾਂ ਕਿੱਦਾਂ। ਕਦੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਜਾਂ ਉਹਨਾਂ ਨਾਲ ਗੱਲ ਕੀਤੀ ਤੁਸੀਂ ਦਲੇਰ ਮਹਿੰਦੀ ਹੋਣ ਨਾਲ? ਹਾਂਜੀ ਹਾਂਜੀ, ਉਹ ਮੇਰੇ ਫੁੱਫੜ ਜੀ ਲੱਗਦੇ ਨੇ। ਹਾਂਜੀ ਆਪਾਂ ਮਿਲੇ ਹਾਂ, ਪਰ ਉਸ ਟਾਈਮ ਜਦੋਂ ਮੈਂ ਮਿਲੀ ਸੀ ਉਹਨਾਂ ਨੂੰ ਮੈਂ ਛੋਟੀ ਜੀ ਸੀ ਤੇ ਫਿਰ ਉਦੋਂ ਮਿਲੀ ਹਾਂ। ਬਾਕੀ ਤੁਹਾਨੂੰ ਪਤਾ ਹੈ ਕਿ ਜਦੋਂ ਹਾਂ ਫੋਨ ਤੇ ਮਾੜੀ ਮੋਟੀ ਗੱਲ ਹੁੰਦੀ ਰਹਿੰਦੀ ਹੈ, ਪਾਪਾ ਦਾ ਹਾਲ ਚਾਲ ਪੁੱਛਦੇ ਆ, ਪਰ ਮੇਰੇ ਪਾਪਾ ਨੇ ਇਹ ਸਿਖਾਇਆ ਕਿ ਬੇਟਾ ਕਿ ਐਸਾ ਕੰਮ ਕਰੋ ਕਿ ਉਹ ਕਹਿਣ ਕਿ ਇਹ ਸਾਡੇ ਬੱਚੇ ਨੇ ਹਨਾ। ਬਹੁਤ ਨਾਮ ਬਣਾਇਆ ਇਹਨਾਂ ਨੇ। ਔਰ ਜਦੋਂ ਵੀ ਮਤਲਬ ਕਿ ਅਸੀਂ ਵੌਇਸ ਆਫ ਪੰਜਾਬ 'ਚ ਅਸੀਂ ਗਏ ਹਨਾ, ਤਾਂ ਬਹੁਤ ਉਹਨਾਂ ਨੇ ਮਤਲਬ ਕਿ ਸਾਡੀ ਐਪਰੀਸੀਏਸ਼ਨ ਕੀਤੀ, ਹਾਂ ਤਾਰੀਫ ਕੀਤੀ ਕਿ ਵਧੀਆ ਬੱਚੇ। ਪਰ ਉਹਨਾਂ ਨੇ ਸਾਨੂੰ ਇਹ ਗੱਲ ਸਮਝਾਈ ਕਿ ਸਾਡਾ ਆਸਰਾ ਲੈ ਕੇ ਉੱਥੇ ਅੱਗੇ ਨਹੀਂ ਜਾਣਾ, ਆਪਣੀ ਮਿਹਨਤ ਨਾਲ ਜਾਓਗੇ ਤਾਂ ਬਹੁਤ ਵਧੀਆ। ਈਵਨ ਕਿ ਸਾਡੇ ਹਨਾ ਮੇਰੇ ਨਾਨੀ ਜੀ ਆਰਟਿਸਟ ਨੇ, ਤੇ ਉਹਨਾਂ ਦੇ ਨਾਨਕੇ ਨੇ ਗੁਰਲੇਜ਼ ਅਖਤਰ ਹੋਣੀ ਜੀ, ਤੇ ਉਹਨਾਂ ਨੇ ਵੀ ਮੇਰੀ ਜੱਜਮੈਂਟ ਕੀਤੀ। ਪਰ ਹਾਲਾਂਕਿ ਮੈਂ ਉਹਨਾਂ ਨੇ ਉੱਥੇ ਸ਼ੋਅ 'ਤੇ ਮੈਂ ਖੁਦ ਨਹੀਂ ਉਹਨਾਂ ਨੂੰ ਦੱਸਿਆ ਕਿ ਮੈਂ ਤੁਹਾਡੀ ਕੀ ਲੱਗਦੀ ਹਾਂ, ਤੇ ਮੈਨੂੰ ਐਂ ਸੀ ਕਿ ਜਿਹੜੀ ਮੇਰੀ ਜੱਜਮੈਂਟ ਹੋਵੇ ਉਹ ਬਿਲਕੁਲ ਰੇਅਰ ਹੋਵੇ। ਤੇ ਇਸ ਕਰਕੇ ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਇਹ ਮੇਰਾ ਫਲਾਣਾ ਰਿਸ਼ਤੇਦਾਰ ਆ, ਅੱਜ ਮੈਂ ਸ਼ੋਅ 'ਚੋਂ ਫਸਟ ਆ ਜਾਊਂ ਸੈਕਿੰਡ। ਪਰ ਮੇਰੇ ਮਾਪਿਓ ਨੇ ਸਿਖਾਇਆ ਕਿ ਆਪਣੀ ਮਿਹਨਤ ਨਾਲ ਜਾਓ, ਜਦੋਂ ਤੁਸੀਂ ਕੰਮ ਕਰੋ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਇਹ ਬੱਚਾ ਜੀ ਸਾਡੇ ਖਾਨਦਾਨ 'ਚੋਂ ਸੀ, ਫਿਰ ਉਹਨਾਂ ਨੂੰ ਪਤਾ ਲੱਗੇ ਕਿ ਕਿਆ ਬਾਤ ਹੈ ਕਿ ਕੁਛ ਕਰਕੇ ਗਿਆ। ਬਿਲਕੁਲ ਹਲੇ ਸਰਪ੍ਰਾਈਜ਼ ਵੀ ਹੋਏਗਾ ਕਿ ਹਨਾ ਕਿ ਤੁਹਾਡੇ ਇੱਕ ਬਹੁਤ ਹੀ ਜਿਹੜੇ ਵੱਡੇ ਪੰਜਾਬ ਦੇ ਕਲਾਕਾਰ ਨੇ ਜਿਹਨਾਂ ਨੂੰ ਲੋਕੀ ਬਹੁਤ ਜ਼ਿਆਦਾ ਸੁਣਦੇ ਨੇ, ਉਹਨਾਂ ਦੀ ਨਿਗਾਹ ਜਿਹੜੀ ਇਹਨਾਂ ਧੀਆਂ ਤੇ ਪਈ ਆ। ਪਰ ਅਸੀਂ ਇੱਕ ਜਿਹੜਾ ਸਰਪ੍ਰਾਈਜ਼ ਰੱਖਾਂਗੇ ਤੁਹਾਡੇ ਸਾਰਿਆਂ ਦੇ ਲਈ। ਹਾਲੇ ਨਹੀਂ, ਮੈਂ ਚਾਹਾਂਗੀ ਜਿਹੜਾ ਗਾਣਾ ਆਇਆ ਹਾਲ ਹੀ ਵਿੱਚ ਉਹ ਸੁਣ ਲਈਏ ਤੁਹਾਡੇ ਤੋਂ। ਹਾਂਜੀ। ਹੋ ਸਾਡਾ ਵੈਲੀਆਂ ਦਾ ਲਾਣਾ ਮੈਂ ਕਸੂਤੀ ਫਸ ਗਈ, ਝਾੜਦੀ ਸੀ ਚਾਦਰ ਤੇ ਗੰਨ ਲੱਭ ਗਈ। ਮੌਤ ਨਾਲ ਸਿੰਘ ਤੋਂ ਫਸਾਈ ਰੱਖਦਾ, ਮੌਤ ਨਾਲ ਸਿੰਘ ਤੋਂ ਫਸਾਈ ਰੱਖਦਾ। ਜੱਟਾ ਤੀਜੇ ਦਿਨ ਪਰਚਾ ਕਰਾਈ ਰੱਖਦਾ, ਤੀਜੇ ਦਿਨ ਪਰਚਾ ਕਰਾਈ ਰੱਖਦਾ, ਤੀਜੇ ਦਿਨ ਪਰਚਾ ਕਰਾਈ ਰੱਖਦਾ।
ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਸਾਡਾ ਗੀਤ ਹੈ ਇਹਦੇ ਪਿੱਛੇ ਸਾਡੀ ਮਿਹਨਤ ਬਹੁਤ ਸੀ। ਤੇ ਆਪਾਂ ਜਿਵੇਂ ਹੁਣ ਕੰਮ ਕਰ ਰਹੇ ਹਾਂ ਹਨਾ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦਾ ਨਾਮ ਗੌਰਵਿਨ ਗੈਰੀ ਹੈ। ਤੇ ਉਹ ਵੀ ਉਹਨਾਂ ਨੇ ਸਾਡੇ ਗਰੁੱਪ ਦੇ ਵਿੱਚ ਅਸੀਂ ਇਕੱਠੇ ਹੀ ਫਰੈਂਡਸ ਹੈਗੇ ਆ ਸਾਰੇ। ਔਰ ਮੇਰੇ ਜਿੰਨੇ ਵੀ ਮੇਰੇ ਗਰੁੱਪ ਦੇ ਵਿੱਚ ਮੁੰਡੇ ਕੰਮ ਕਰਦੇ ਆ, ਮੈਂ ਦੱਸਣਾ ਚਾਹੁੰਦੀ ਹਾਂ ਮੇਰੇ ਭਰਾਵਾਂ ਵਾਂਗਰ ਮੇਰੇ ਨਾਲ ਖੜਦੇ ਆ, ਸਾਥ ਦਿੰਦੇ ਆ। ਤੇ ਅਸੀਂ ਦੋਨਾਂ ਨੇ ਜਦੋਂ ਇਹ ਗੀਤ ਦੋਨਾਂ ਨੇ ਗਾਇਆ, ਇਹ ਗੈਰੀ ਨੇ ਲਿਖਿਆ ਆ, ਤੇ ਆਪਣੀ ਦੋਨਾਂ ਨੇ ਮਿਹਨਤ ਨਾਲ ਇਹ ਗਾਣਾ ਆਪ ਵਿਦ ਵੀਡੀਓ ਕੀਤੀ। ਤੇ ਜਿਹੜਾ ਆਪ ਅੱਗੇ ਲੈ ਕੇ ਆਏ ਆ, ਕਿਸੇ ਨੂੰ ਨਹੀਂ ਕਿਹਾ ਕਿ ਸਾਡੀ ਹੈਲਪ ਕਰੋ। ਤੇ ਤੁਸੀਂ YouTube ਤੇ ਗਾਣਾ ਦੇਖੋਗੇ ਸਾਹਿਬ ਕੌਰ ਗੌਰਵਿਨ ਗੈਰੀ ਭਰ ਕੇ, ਤੁਹਾਨੂੰ ਖੁਦ ਪਤਾ ਲੱਗ ਜਾਊ ਕਿ ਸਾਡੀ ਕਿੰਨੀ ਮਿਹਨਤ ਉੱਤੇ ਕੀਤੀ ਹੋਈ ਹੈ। ਔਰ ਇੱਕ ਸੁਪਨਾ ਲੈ ਕੇ ਚੱਲੇ ਸੀ ਕਿ ਹਾਂ ਹੁਣ ਅੱਗੇ ਦੀ ਅੱਗੇ ਆਪਣੇ ਹੋਰ ਪ੍ਰੋਜੈਕਟ ਵੀ ਆ ਰਹੇ ਨੇ, ਕਿ ਆਪ ਆਪਣੀ ਮਿਹਨਤ ਨਾਲ ਆਈਏ ਤੇ ਉਹਨੂੰ ਬਹੁਤ ਪਿਆਰ ਮਿਲਿਆ। ਔਰ ਅੱਗੇ ਵੀ ਇਦਾਂ ਹੀ ਮਿਲਦਾ ਰਹੂਗਾ। ਔਰ ਅੱਗੇ ਜਦੋਂ ਸਾਡਾ ਹੁਣ ਸੀਜ਼ਨ ਸ਼ੁਰੂ ਹੋ ਜਾਣਗੇ ਤੇ ਮੇਰਾ ਤੇ ਪੁਨੀਤ ਦੇ ਵੀ ਅੱਗੇ ਗਾਣੇ ਆ ਰਹੇ ਨੇ। ਹਾਂਜੀ ਜਦੋਂ ਤੁਸੀਂ ਕਿਹਾ ਵਾ ਕਿ ਹਾਂ ਸਾਨੂੰ ਕਿਸੇ ਕੰਪਨੀ ਨੇ ਨਹੀਂ, ਆਪਾਂ ਆਪੇ ਹਾਂਜੀ ਮਿਹਨਤ ਕੀਤੀ ਆ, ਐ ਹੋਇਆ ਸਾਹਿਬ ਤੁਹਾਡੀ ਇੰਨੀਆਂ ਸੋਹਣੀਆਂ ਆਵਾਜ਼ਾਂ ਨੇ, ਕਿਸੇ ਕੰਪਨੀ ਨੇ ਤੁਹਾਡੇ ਅਪਰੋਚ ਕੀਤੀ ਹੋਵੇ ਕਿ ਅਸੀਂ ਤੁਹਾਨੂੰ ਬੌਂਡ ਕਰ ਲੈਂਦੇ ਆ ਜਾਂ ਸਾਈਨ ਕਰ ਲੈਂਦੇ ਆ ਤਾਂ ਅੱਗੇ ਅਸੀਂ ਤੁਹਾਨੂੰ ਲਾਂਚ ਕਰ ਦਾਂਗੇ, ਕਿਸੇ ਨੇ ਕਿਹਾ ਏਦਾਂ? ਹਾਂਜੀ, ਦੇਖੋ ਬਹੁਤ ਕੰਪਨੀਜ਼ ਮਿਲਦੀਆਂ ਨੇ ਹਨਾ ਰੋਜ਼। ਤੇ ਜਦੋਂ ਬੰਦਾ ਵੋਕਲ ਸੁਣਦਾ ਕਿ ਹਾਂ ਤੁਹਾਨੂੰ ਬਾਉਂਡ ਕਰਾਂਗੇ 5 ਸਾਲ ਲਈ ਕਰਾਂਗੇ, ਇਦਾਂ ਕਰਾਂਗੇ, ਪਰ ਕੀ ਹੁੰਦਾ ਜਦੋਂ ਬੰਦਾ ਬਾਉਂਡ ਹੋ ਜਾਂਦਾ ਉਸ ਤੋਂ ਬਾਅਦ ਕੋਈ ਕਿਸੇ ਲਈ ਕੁਛ ਨਹੀਂ ਕਰ ਦਿੰਦਾ, ਇੱਕ ਬੈਠਾ ਰਹਿ ਜਾਂਦਾ ਆਰਟਿਸਟ। ਤੇ ਸੁਪਨੇ ਬਹੁਤ ਵੱਡੇ ਵੱਡੇ ਦਿਖਾਉਂਦੇ ਆ ਕਿ ਤੁਹਾਨੂੰ ਬਾਉਂਡ ਕਰਦੇ ਇੰਨੇ ਪੈਸੇ ਦੇ ਦਾਂਗੇ, ਫਲੈਟ ਵੀ ਮੋਹਾਲੀ ਲੈ ਕੇ ਦੇਵਾਂਗੇ, ਗੱਡੀ ਵੀ ਲੈ ਕੇ ਦੇਵਾਂਗੇ, ਬਹੁਤ ਵੱਡੇ ਸੁਪਨੇ ਦਿਖਾਉਂਦੇ, ਪਰ ਉਹ ਸੁਪਨੇ ਪੂਰੇ ਨਹੀਂ ਹੁੰਦੇ। ਕਿਉਂਕਿ ਹੁਣ ਦੇਖੋ ਤੁਹਾਨੂੰ ਪਤਾ ਆਪਾਂ ਗਾਣਾ ਕੀਤਾ, ਆਪਾਂ ਆਪਣੀ ਮਿਹਨਤ ਨਾਲ ਕੀਤਾ, ਆਪ ਪੈਸੇ ਲਾ ਕੇ ਕੀਤਾ, ਪਰ ਪਤਾ ਲੱਗਦਾ ਕਿੰਨੀ ਮਿਹਨਤ ਹੈ ਹਨਾ। ਬਹੁਤ ਕੰਪਨੀਜ਼ ਉੱਡਦੀਆਂ ਨੇ ਪਰ ਟਰਸਟ ਨਹੀਂ ਪੈਂਦਾ, ਕਿਉਂਕਿ ਅਸੀਂ ਦੋ ਧੀਆਂ ਆ ਕਿ ਕੱਲ ਨੂੰ ਸਾਈਨ ਕਰਕੇ ਬਹਿ ਜਾਈਏ, ਸਾਡਾ ਜਿਹੜਾ ਫਿਊਚਰ ਹੈ ਜਿਹੜਾ ਬ੍ਰਾਈਟ ਹੋਣਾ ਉਹ ਵੀ ਬੰਦ ਹੋ ਕੇ ਹੋ ਜੇ। ਪਰ ਹਾਂਜੀ ਕੋਈ ਇਦਾਂ ਦੀ ਓਪਰਚੁਨਿਟੀ ਮਿਲੂਗੀ, ਕੋਈ ਵਧੀਆ ਕੰਪਨੀ ਸਾਨੂੰ ਬਾਉਂਡ ਕਰੂਗੀ ਔਰ ਜਿਹੜਾ ਸਾਡੇ ਦੋਨਾਂ ਭੈਣਾਂ ਦਾ ਖਰਚਾ ਚੱਕੂਗੀ ਔਰ ਜਿਹੜੀਆਂ ਸਾਨੂੰ ਸਾਰੀਆਂ ਫੈਸਿਲਿਟੀਜ਼ ਦਊਗੀ, ਅਸੀਂ ਉਹ ਜ਼ਰੂਰ ਬਾਉਂਡ ਹੋਵਾਂਗੇ, ਕੰਮ ਵੀ ਕਰਾਂਗੇ। ਪਰ ਕੰਪਨੀਜ਼ ਬਹੁਤ ਨੇ, ਪਰ ਸਾਨੂੰ ਨੈਗੇਟਿਵਿਟੀ ਜੀ ਦਿਖੀ ਹੈ, ਹਜੇ ਤੱਕ ਪੋਜ਼ਿਟਿਵਿਟੀ ਜੀ ਨਹੀਂ ਆਈ ਹੈਗੀ। ਕੀ ਨੈਗੇਟਿਵਿਟੀ? ਨੈਗੇਟਿਵਿਟੀ ਇਹ ਹੈ ਕਿ ਜਦੋਂ ਵੀ ਆਪਾਂ ਨੂੰ ਕੋਈ ਮੰਨ ਲਓ ਕੋਈ ਕਹਿੰਦਾ ਕਿ ਆਪਾਂ ਬਾਉਂਡ ਕਰਦੇ ਹਾਂ, ਗੱਲਾਂ ਕੁਝ ਹੋਰ ਹੋ ਜਾਂਦੀਆਂ ਨੇ। ਅਗਲਿਆਂ ਨੂੰ ਆਉਂਦਾ ਕੁੜੀਆਂ ਨੇ ਸਾਡੇ ਦੇ ਨਾਲ ਰਹਿ ਲੈਣਗੀਆਂ ਜਾਂ ਕੰਪਰੋਮਾਈਜ਼ ਤੱਕ ਅਗਲਾ ਪਹੁੰਚ ਜਾਂਦਾ, ਫਿਰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਕਿਉਂਕਿ ਇਸ ਲਾਈਨ 'ਚ ਬਹੁਤ ਕੁੜੀਆਂ ਸ਼ਾਰਟਕਟ ਅਪਣਾਉਂਦੀਆਂ ਨੇ। ਤੇ ਸਾਨੂੰ ਇਹ ਹੈ ਕਿ ਇਮਾਨਦਾਰੀ ਨਾਲ, ਇੱਜ਼ਤ ਨਾਲ ਚੱਲਿਆ ਜਾਵੇ ਤੇ ਥੋੜੀ ਮਿਹਨਤ ਕਰ ਲਾਂਗੇ ਤੇ ਕੀ ਹੋ ਜਾਏਗਾ। ਹਮੇਸ਼ਾ ਵੱਡੀ ਭੈਣ ਤੋਂ ਅਸੀਂ ਕੁਛ ਨਾ ਕੁਛ ਸਿੱਖਦੇ ਆ ਹਨਾ, ਤਾਂ ਪੁਨੀਤ ਨੇ ਸਾਹਿਬ ਕੌਰ ਤੋਂ ਕੀ ਸਿੱਖਿਆ? ਸਾਹਿਬ ਕੌਰ ਤੋਂ ਮਤਲਬ ਬਚਪਨ 'ਚ ਹੀ ਜਿਵੇਂ ਕਹਿ ਦੀ ਵੀ ਫੋਲੋ ਕਰਦੇ ਆ ਮੈਂ ਕੁਝ ਕੁਝ ਗੱਲਾਂ। ਤੇ ਹਜੇ ਵੀ ਵੈਸੇ ਮੈਂ ਛੋਟੀ ਹੋਈ ਆ ਤੇ ਮੈਨੂੰ ਕਹਿ ਦਿੰਦੀ ਹੈ ਵੀ ਬਚਪਨੇ 'ਚ ਰਹਿੰਦੀ ਆ ਵੀ ਤੂੰ ਥੋੜੀ ਬਹੁਤ ਜ਼ਿੰਮੇਵਾਰੀ ਸਿੱਖਿਆ ਕਰ। ਤੇ ਮੈਂ ਕੋਸ਼ਿਸ਼ ਕਰਦੀ ਰਹਿੰਦੀ ਆ ਵੀ ਘਰ ਦੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਕੁਝ ਉਹਨਾਂ ਤੇ ਧਿਆਨ ਦੇਵਾਂ, ਜ਼ਿੰਮੇਵਾਰੀ ਮਤਲਬ ਆਪ ਵੀ ਸਮਝਾਂ। ਕਿਉਂਕਿ ਵੱਡੀ ਭੈਣ ਦੇ ਹੁੰਦੇ ਕਈ ਵਾਰ ਹੋ ਜਾਂਦਾ ਨਾ ਬੱਚਾ ਥੋੜਾ ਜਿਹਾ ਪੈਰ ਛੱਡ ਜਾਂਦਾ ਵੀ ਹਾਂ ਹੈਗੀ ਹੈ ਚੱਲ ਸਾਂਭ ਲੂਗੀ, ਪਰ ਕੁਝ ਸਿੱਖਣ ਨੂੰ ਹੀ ਮਿਲਦਾ ਹੈ ਵੀ ਹਾਂ ਥੋੜੀ ਬਹੁਤ ਜ਼ਿੰਮੇਵਾਰੀ ਆਪ ਤੇ ਵੀ ਹੋਣੀ ਚਾਹੀਦੀ ਹੈ। ਜਦੋਂ ਘਰੇ ਕਦੇ ਨਹੀਂ ਹੁੰਦੀ ਜਾਂ ਕੋਈ ਹੋਰ ਕੰਮ ਜ਼ਰੂਰੀ ਕਰਨਾ ਹੁੰਦਾ, ਮੰਮੀ ਨਾਲ ਕਿਤੇ ਬਾਹਰ ਜਾਣਾ ਆ, ਫਿਰ ਮੈਂ ਉਹ ਥੋੜਾ ਬਹੁਤ ਕਰਦੀ ਆ ਨਾਲ। ਹਾਂਜੀ, ਜਿਵੇਂ ਥੋੜੇ ਬਹੁਤ ਜਿਵੇਂ ਘਰ ਦਾ ਰਾਸ਼ਨ ਬਿੱਲ ਇਹ ਉਹ ਵਗੈਰਾ, ਜਿਹੜਾ ਸਾਰਾ ਬੈਲੈਂਸ ਜਿਹੜਾ ਮੇਨਟੇਨ ਕਰਕੇ ਰੱਖਣਾ ਹੁੰਦਾ ਹੈ ਇਹਦੇ ਹੱਥ 'ਚ ਹੁੰਦਾ ਹੈ। ਬਟ ਮੰਮੀ ਮੈਨੂੰ ਕਹਿੰਦੇ ਨੇ ਵੀ ਤੂੰ ਵੀ ਸਿੱਖਿਆ ਕਰ, ਵੀ ਤੇਰੇ ਤੇ ਵੀ ਜ਼ਿੰਮੇਵਾਰੀ ਪੈਣੀ ਹੈ ਹਨਾ, ਵੀ ਤੈਨੂੰ ਸਾਰਾ ਹਿਸਾਬ ਹੋਣਾ ਚਾਹੀਦਾ ਹੈ ਵੀ ਅੱਜ ਆਹ ਕੰਮ ਕਰ, ਅੱਜ ਉਹ ਕੰਮ ਕਰ। ਹੁਣ ਇਹ ਹੌਲੀ ਹੌਲੀ ਮੈਂ ਅਬਜ਼ਰਵ ਕਰਦੀ ਹਾਂ ਥੋੜਾ ਬਹੁਤ। ਸੋ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਜਿੱਦਾਂ ਹਨਾ ਇਹ ਬਹੁਤ ਸੋਹਣਾ ਗਾਉਂਦੀਆਂ ਨੇ, ਕਦੇ ਐਵੇਂ ਕਿਸੇ ਨੇ ਕਿਹਾ ਵਾ ਕਿ ਕੀਰਤਨੀਆਂ ਮਤਲਬ ਅਸੀਂ ਕੀਰਤਨ ਕਰਦੇ ਨਾ, ਬਹੁਤ ਰਿਸਪੈਕਟ ਹੈ ਸਾਡੇ ਹਨਾ, ਅਸੀਂ ਧਾਰਮਿਕ ਨਾਲ ਜੁੜੇ ਹੋਣੇ ਆ, ਹਰ ਧਰਮ ਦਾ ਬੰਦਾ ਸਤਿਕਾਰ ਵੀ ਕਰਦਾ, ਤਾਂ ਕਦੀ ਕਿਸੇ ਨੇ ਕਿਹਾ ਕਿ ਕੀਰਤਨ ਕਰਨ ਵਾਲੇ ਦੀਆਂ ਧੀਆਂ ਕਿੱਧਰ ਨੂੰ ਤੁਰ ਪਈਆਂ, ਉਹ ਗਾਉਣ ਵਾਲੇ, ਬਹੁਤ ਕੁਝ ਸੁਣਨ ਨੂੰ ਮਿਲਦਾ। ਸਾਡੇ ਜਿਹੜੇ ਸਮਾਜ 'ਚ ਨਾ ਰਹਿਣਾ ਬੜਾ ਔਖਾ ਹੈ। ਬੜਾ ਔਖਾ ਹੈ, ਹਾਂਜੀ। ਹਾਂਜੀ ਬੇਟਾ, ਗੱਲ ਇਹ ਵੀ ਕੀਰਤਨ ਚਲੋ ਕਰ ਵੀ ਲੈਂਦੀ ਆ, ਮੈਨੂੰ ਕੋਈ ਨਹੀਂ ਸੀ। ਪਰ ਹੁਣ ਇਹਦੇ ਜਦੋਂ ਪਾਪਾ ਵੀ ਕੀਰਤਨ ਕਰਦੇ ਸੀ, 3 ਜਾਣਿਆਂ ਦਾ ਤੁਹਾਨੂੰ ਪਤਾ ਵੀ ਕੰਮ ਹੁੰਦਾ ਹੈ ਹਨਾ। ਤੇ ਜੇ 500 ਜਾਂ 600 ਮਿਲਿਆ ਤੁਹਾਨੂੰ ਪ੍ਰੋਗਰਾਮ 'ਚੋਂ, ਤਾਂ 200 ਰੁਪਏ ਹਿੱਸੇ ਆਉਣਾ। ਤਾਂ ਇਹਨਾਂ ਨੇ ਮੈਨੂੰ 200 ਰੁਪਇਆ ਵੀ ਦੇਣਾ, ਮੈਂ ਉਹ ਵੀ ਸਿਰ ਮੱਥੇ ਨਾਲ ਲਾ ਕੇ ਰੱਖਣਾ, ਚਲੋ ਵਾਹਿਗੁਰੂ ਮਹਾਰਾਜ ਭਲਾ ਕਰੋ, ਮੈਂ ਇਹਦੇ ਨਾਲ ਵੀ ਘਰ ਚਲਾ ਲਾਂਗੀ, ਕੋਈ ਗੱਲ ਨਹੀਂ। ਪਰ ਗੱਲ ਇਹ ਹੈ ਵੀ ਹੁਣ ਕੀਰਤਨ ਤੇ ਚਲੋ ਕਰ ਲੈਂਦੀਆਂ, ਪਰ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਸੀ ਬੇਟਾ। ਇੱਕ ਤਾਂ ਕਿਰਾਏ ਤੇ ਰਹਿੰਦੇ ਆ, ਉਧਰੋਂ ਰੋਟੀ ਨਹੀਂ ਪੂਰੀ ਆ ਰਹੀ, ਤੇ ਫਿਰ ਥੋੜਾ ਜਿਹਾ ਪਾਪਾ ਨੂੰ ਹੀ ਔਖਾ ਹੋ ਗਿਆ ਸੀ ਕੀਰਤਨ ਦੀ ਕਮਾਈ ਦੇ ਵਿੱਚ। ਤੇ ਫਿਰ ਮੈਂ ਇਸ ਕਰਕੇ ਸੋਚਿਆ ਵੀ ਬੱਚੇ ਚਲੋ ਤੁਹਾਡੀ ਇਹ ਲਾਈਨ ਹੈ, ਪਰ ਜੇ ਤੁਸੀਂ ਪੜ੍ਹ ਕੇ ਸਿੰਗਿੰਗ ਦੀ ਟੀਚਰਸ ਲੱਗ ਜਾਓਗੀਆਂ
ਤਾਂ ਇਹ ਜ਼ਿਆਦਾ ਬੈਟਰ ਹੈ ਨਾ। ਤੁਸੀਂ ਤੁਹਾਡੇ ਵੀ ਮੈਨੂੰ ਪਤਾ ਲੱਗਾ ਤੁਹਾਡਾ ਵੀ ਸ਼ੌਂਕ ਸੀਗਾ ਆਉਣ ਦਾ, ਪਰ ਤੁਹਾਡਾ ਉੱਥੇ ਤੁਹਾਡੇ ਪੇਕਿਆਂ 'ਚ ਪੂਰਾ ਨਹੀਂ ਹੋ ਪਾਇਆ। ਹਾਂਜੀ ਬੇਟਾ, ਮੇਰੀ ਮਤਲਬ 18 ਸਾਲ ਦੀ ਏਜ ਦੇ ਵਿੱਚ ਮੰਗਣੀ ਕਰਤੀ ਸੀ। 10th ਮੇਰੀ ਵਿੱਚੇ ਰਹਿ ਗਈ, ਸਟੱਡੀ ਜਿਹੜੀ ਮੇਰੀ ਪੜ੍ਹਾਈ ਅਧੂਰੀ ਰਹਿ ਗਈ ਸੀ। ਮੰਗਣੀ ਹੋ ਗਈ ਤੇ ਕਹਿੰਦੇ ਬਾਅਦ ਚ ਪੇਪਰ ਤੁਹਾਡੇ ਹਰਪ੍ਰੀਤ ਕਰਵਾ ਦਾਂਗੇ, ਵੀ ਜਿਹੜੇ ਰਹਿ ਗਏ ਨੇ ਤੁਹਾਡੇ ਰਹਿੰਦੇ ਆ, ਪਰ ਤੁਹਾਨੂੰ ਪਤਾ ਗਾਂ ਜਾ ਕੇ ਕੋਈ ਨਹੀਂ ਪੜਾਉਂਦਾ। ਗਾਂ ਜਾ ਕੇ ਤੇ ਫਿਰ ਗਾਂ ਦੇ ਹੀ ਕੰਮ ਹੁੰਦੇ ਨੇ, ਸਹੁਰਿਆਂ ਦੇ ਵਿੱਚ ਕੰਮ ਕਰ ਲਓ, ਬੱਚੇ ਹੋ ਗਏ ਜਾਂ ਸਗੋਂ ਜ਼ਿੰਮੇਵਾਰੀਆਂ ਵੱਧ ਗਈਆਂ, ਤੇ ਉਹ ਜਿਹੜਾ ਮੇਰਾ ਸ਼ੌਂਕ ਸੀਗਾ ਉਹ ਅਧੂਰਾ ਹੀ ਰਹਿ ਗਿਆ ਬੇਟਾ। ਤਾਂ ਫਿਰ ਮੈਂ ਸੋਚਿਆ ਵੀ ਚਲੋ ਮੇਰੀਆਂ ਬੇਟੀਆਂ ਨੇ ਤੇ ਮੈਂ ਇਹਨਾਂ ਵਿੱਚ ਆਪਣਾ ਸ਼ੌਂਕ ਵੇਖਣਾ ਸ਼ੁਰੂ ਕੀਤਾ। ਤਾਂ ਚਲੋ ਕੁਝ ਮਜਬੂਰੀਆਂ ਸੀ, ਕੁਝ ਮੇਰਾ ਜਿਹੜਾ ਸ਼ੌਂਕ ਸੀ ਇਹਨਾਂ ਨੂੰ ਬੱਚਿਆਂ ਨੂੰ ਕਹਿੰਦੇ ਨਾ ਬਲੱਡ ਦੇ ਵਿੱਚ ਹੁੰਦਾ, ਤਾਂ ਉਹ ਮੇਰਾ ਸ਼ੌਂਕ ਇਹ ਵੀ ਅਧੂਰਾ ਰਹਿ ਗਿਆ ਸੀ, ਤੇ ਮਜਬੂਰੀਆਂ ਵੀ ਸੀ, ਤੇ ਬੱਚਿਆਂ ਨੇ ਉਹ ਪੂਰਾ ਕੀਤਾ, ਕਰ ਵੀ ਰਹੇ ਨੇ। ਤੇ ਮੰਮੀ ਕਹਿੰਦੇ ਨੇ ਵੀ ਹਰਪ੍ਰੀਤ ਤੁਸੀਂ ਕਰ ਸਕਦੇ ਹੋ ਕੰਮ, ਤੇ ਜਦੋਂ ਵੀ ਮੈਨੂੰ ਕਦੇ ਮੌਕਾ ਮਿਲੇਗਾ ਐਕਟਿੰਗ ਲਾਈਨ ਦੇ ਵਿੱਚ, ਮੈਨੂੰ ਐਕਟਿੰਗ ਦਾ ਸ਼ੌਂਕ ਹੈਗਾ, ਸਿੰਗਿੰਗ ਦਾ ਵੀ ਸੀਗਾ, ਤੇ ਜਦੋਂ ਵੀ ਮੌਕਾ ਮਿਲਿਆ ਤੇ ਮੈਂ ਜ਼ਰੂਰ ਕਰਨਾ ਚਾਹਾਂਗੀ ਐਕਟਿੰਗ। ਹਾਂਜੀ ਬਿਲਕੁਲ, ਪਰਮਾਤਮਾ ਭਾਗ ਲਾਵੇ। ਔਰ ਜਿੱਦਾਂ ਕਹਿੰਦੇ ਕਿ ਇੱਕ ਔਰਤ ਨੂੰ ਬੜੇ ਸਾਰੇ ਚਾਅ ਹੁੰਦੇ ਨੇ, ਹਾਂਜੀ ਤੁਸੀਂ ਬਹੁਤ ਸਾਰੇ ਚਾਅ ਮਾਰੇ ਆਪਣੇ। ਹਾਂਜੀ ਬੇਟਾ, ਮੈਂ ਮਤਲਬ ਆਪਣੇ ਘਰ ਦੇ ਵਿੱਚ ਨਾ ਬਹੁਤ ਲਾਡਲੀ ਜੀ, ਇੱਕ ਜਿਵੇਂ ਵੱਡੀ ਧੀ ਨੂੰ ਬਹੁਤ ਪਿਆਰ ਮਿਲਦਾ ਨਾ, ਉਹ ਧੀ ਸੀਗੀ। ਤੇ ਚਾਚੇ ਤਾਇਆ ਨੇ ਕਹਿ ਦੇਣਾ ਵੀ ਸਹੁਰਿਆਂ ਦੇ ਵਿੱਚ ਜਾ ਕੇ ਤੇਰਾ ਗੁਜ਼ਾਰਾ ਨਹੀਂ ਹੋਣਾ ਹਰਪ੍ਰੀਤ, ਤੂੰ ਬਹੁਤ ਲਾਡਲੀ ਆ, ਤਾਂ ਤੂੰ ਬਹੁਤ ਔਖਾ ਕੱਟਣਾ, ਤੂੰ ਬੜੀ ਗੁੱਸੇ ਵਾਲੀ ਆ। ਪਰ ਬੇਟਾ ਇਹ ਬਿਲਕੁਲ ਉਲਟ ਹੋਇਆ। ਤੇ ਜਦੋਂ ਮੇਰਾ ਵਿਆਹ ਹੋ ਗਿਆ ਤੇ ਘਰ ਦੀਆਂ ਮਜਬੂਰੀਆਂ ਜਦੋਂ ਟੈਨਸ਼ਨਾਂ ਬੰਦੇ ਤੇ ਪੈ ਜਾਣ, ਪਰ ਮੈਂ ਉਹ ਉੱਥੇ ਕੱਟ ਕੇ ਦਿਖਾਇਆ ਸਮਾਂ। ਕਹਿੰਦੇ ਨਾ ਮਾਂ ਪਿਓ ਦੇ ਘਰ ਤਾਂ ਹਰ ਕੋਈ ਦੁੱਖ ਸੁੱਖ ਕੱਟ ਲੈਂਦਾ, ਗੱਲ ਤੇ ਤਾਂ ਜਾਂ ਤੁਸੀਂ ਸਹੁਰਿਆਂ ਨਾਲ ਵੀ ਕੱਟੋ। ਤੇ ਸਹੁਰੇ ਘਰ ਵੀ ਮੈਂ ਆਪਣਾ ਫਰਜ਼ ਪੂਰੀ ਤਰ੍ਹਾਂ ਅਦਾ ਕੀਤਾ, ਆਪਣੀ ਹਾਊਸ ਵਾਈਫ ਦੀ ਡਿਊਟੀ ਚੰਗੀ ਤਰ੍ਹਾਂ ਨਿਭਾਈ ਹੈ ਮੈਂ। ਔਰ ਮੈਂ ਅੱਜ ਤੱਕ ਬੇਟਾ ਇਹਨਾਂ ਨੂੰ ਕਦੇ ਵੀ ਆਪਣੀਆਂ ਬੇਟੀਆਂ ਨੂੰ ਕੱਲਿਆਂ ਕਦੇ ਨਹੀਂ ਛੱਡ ਕੇ ਗਈ, ਜ਼ਿੰਮੇਵਾਰੀ ਹਮੇਸ਼ਾ ਇਹਨਾਂ ਨੂੰ ਸਿਖਾਈ ਹੈ, ਔਰ ਮੈਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਆਪਣਾ ਘਰ ਚਲਾਇਆ ਹਮੇਸ਼ਾ। ਔਰ ਮੈਂ ਇਹਨਾਂ ਨੂੰ ਵੀ ਇਹੀ ਸਿਖਾਉਂਦੀ ਹਾਂ ਪੁੱਤ, ਅੱਛੇ ਮਤਲਬ ਤੁਸੀਂ ਸ਼ਾਰਟਕਟ ਨਹੀਂ ਅਪਣਾਉਣਾ, ਆਪਦਾ ਜੋ ਤੁਹਾਡਾ ਏਮ ਹੈ ਉਹ ਸੋਚ ਕੇ ਚੱਲੋ, ਬਾਬਾ ਜੀ ਨੇ ਜ਼ਰੂਰ ਤੁਹਾਨੂੰ ਤਰੱਕੀਆਂ ਬਖਸ਼ਣੀਆਂ ਨੇ, ਔਰ ਤੁਹਾਡੇ ਸੁਪਨੇ ਹੋਣਗੇ ਵੀ ਪੂਰੇ, ਹੈ ਨਾ। ਤੇ ਮੇਰੀ ਜਿਹੜੀ ਮਿਹਨਤ ਮੈਂ ਕੀਤੀ ਹੈ, ਮੇਰੇ ਹਸਬੈਂਡ ਨੇ ਮੇਰੇ ਬੱਚਿਆਂ ਤੇ ਕੀਤੀ ਹੈ ਨਾ, ਉਹਨਾਂ ਨੇ ਵੀ ਸੋਚਿਆ ਵੀ ਚਲੋ ਬੇਟੀਆਂ ਨੇ, ਜੋ ਮਰਜ਼ੀ ਕੋਈ ਰਿਸ਼ਤੇਦਾਰ ਬੋਲੀ ਜਾਵੇ ਵੀ ਇਹਨਾਂ ਨੂੰ ਗਾਉਣ ਨਹੀਂ ਦੇਣਾ ਜਾਂ ਕੁਝ, ਪਰ ਮੇਰੇ ਹਸਬੈਂਡ ਨੇ ਬੇਟੀਆਂ ਨੂੰ ਸਪੋਰਟ ਕੀਤਾ। ਔਰ ਸਾਨੂੰ ਪਤਾ ਵੀ ਜਦੋਂ ਕੋਈ ਆਡੀਸ਼ਨ ਹੁੰਦਾ ਸੀਗਾ ਤੇ ਘਰ ਦੇ ਵਿੱਚ ਰਾਸ਼ਨ ਨਾ ਪੂਰਾ ਹੋਣਾ, ਤੇ ਸਾਹਿਬ ਨੇ ਕਹਿਣਾ ਮੰਮੀ ਸਵੇਰੇ ਨਾ ਆਡੀਸ਼ਨ ਆ, ਆਪਾਂ ਦੱਸੋ ਕੀ ਕਰੀਏ। ਮੈਂ ਕਿਹਾ ਸਾਹਿਬ ਮੇਰੇ ਕੋਲ 500 ਰੁਪਇਆ, ਤੂੰ ਮੈਨੂੰ ਦੱਸ ਵੀ ਆਪਾਂ ਰਾਸ਼ਨ ਲੈ ਕੇ ਆਈਏ ਕਿ ਆਡੀਸ਼ਨ ਦਾ ਕਰੀਏ। ਇਹ ਚੁੱਪ ਜੇ ਕਰ ਗਈ। ਮੈਂ ਹਨਾ ਇੱਕ ਵਾਰੀ ਤਾਂ ਇਹਨੂੰ ਮਨਾ ਕਰਤਾ, ਫਿਰ ਮੈਂ ਨਾ ਇੱਕਦਮ ਹੀ ਡਿਸੀਜਨ ਲੈ ਲਿਆ। ਮੈਂ ਕਿਹਾ ਚੱਲ ਉੱਠ ਖੜੀ ਹੋ ਸਾਹਿਬ, ਆਪਾਂ ਜਾਣਾ, ਦੇਖੀ ਜਾਏਗਾ, ਰਾਸ਼ਨ ਫੇਰ ਆ ਜਾਏਗਾ, ਮੈਂ ਤੇਰਾ ਆਡੀਸ਼ਨ ਦਵਾਉਣਾ। ਤੇ ਮੈਂ ਇਹਨੂੰ ਲੈ ਗਈ ਚੰਡੀਗੜ੍ਹ। ਔਰ ਇੱਦਾਂ ਹੀ ਜਿਹੜੀ ਮਤਲਬ ਸਟਰਗਲਿੰਗ ਡੇ ਜਾਂ ਕੁਛ, ਇਹ ਪੁੱਤ ਮੈਂ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੀ ਹਾਂ ਵੀ ਮਹਾਰਾਜ ਨੇ ਤੁਹਾਡੇ ਤੇ ਅੱਛਾ ਸਮਾਂ ਲਿਆਉਣਾ, ਪਰ ਜਿਹੜਾ ਪਿਛਲਾ ਸਮਾਂ ਆਪਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਜਿਹੜੇ ਅਸੀਂ ਔਖਾ ਟਾਈਮ ਨਾ, ਉਹ ਜਦੋਂ ਬੇਟਾ ਮੈਂ ਯਾਦ ਵੀ ਕਰਦੀ ਹਾਂ ਨਾ, ਤੇ ਉਹ ਮੇਰਾ ਦਿਲ ਇੰਨਾ ਕਮਜ਼ੋਰ ਹੋ ਗਿਆ ਕਿ ਮੇਰਾ ਰੋਣਾ ਆਪਣੇ ਆਪ ਹੀ ਨਿਕਲ ਆਉਂਦਾ। ਔਰ ਮੈਂ ਇਹਨਾਂ ਨੂੰ ਹਮੇਸ਼ਾ ਇਹ ਸਿਖਾਇਆ ਵੀ ਪੁੱਤ ਅੱਛਾ ਸਮਾਂ ਵੀ ਆ ਗਿਆ ਨਾ, ਆਪਣਾ ਪਿਛਲਾ ਸਮਾਂ ਨਹੀਂ ਕਦੇ ਵੀ ਭੁੱਲਣਾ ਤੁਸੀਂ, ਹੈ ਨਾ। ਔਰ ਜਿਹਨੇ ਵੀ ਚਲੋ ਹੈਲਪ ਕੀਤੀ ਆ, ਜਾਂ ਸਾਨੂੰ ਇਹ ਵੀ ਸਿਖਾਇਆ ਵੀ ਜੇ ਕਿਸੇ ਨੇ ਸਾਨੂੰ ਔਖੇ ਵੇਲੇ ਪਾਣੀ ਵੀ ਪਿਆਇਆ ਨਾ, ਤਾਂ ਉਹ ਵੀ ਨਹੀਂ ਭੁੱਲਣਾ, ਤੇ ਵੱਡਿਆਂ ਦੀ ਰਿਸਪੈਕਟ ਕਰਨੀ ਹੈ ਹਮੇਸ਼ਾ, ਤੇ ਕਦੇ ਵੀ ਐਟੀਟਿਊਡ 'ਚ ਨਹੀਂ ਆਉਣਾ ਹੈਗਾ, ਹੰਕਾਰ ਨਹੀਂ ਕਦੇ ਵੀ ਕਰਨਾ। ਇਹੀ ਹਮੇਸ਼ਾ ਮੈਂ ਇਹਨਾਂ ਨੂੰ ਸਿਖਾਉਂਦੀ ਰਹੀ ਹਾਂ, ਤੇ ਬੱਚੇ ਮੇਰੇ ਸੁਣਦੇ ਵੀ ਨੇ, ਮੰਨਦੇ ਵੀ ਨੇ। ਅੱਛਾ, ਅਸੀਂ ਸੁਣਨਾ ਦਾ ਗਾਣਾ ਸੁਣਾਂਗੇ ਤੁਹਾਡਾ ਦੋਨਾਂ ਦਾ, ਇਕੱਠਿਆਂ ਦਾ ਗਾਣਾ ਸੁਣਾ ਦਿਓ। ਆ ਗਿਆ ਬਣਜਾਰਾ ਮੈਂ ਚੜਾਉਣੀਆਂ ਨੇ ਚੂੜੀਆਂ, ਹੋ ਆ ਗਿਆ ਬਣਜਾਰਾ ਮੈਂ ਚੜਾਉਣੀਆਂ ਨੇ ਚੂੜੀਆਂ, ਵੇਖੀ ਭਾਬੀ ਉੱਥੇ ਕਿਵੇਂ ਜੁੜੀਆਂ ਨੇ ਕੁੜੀਆਂ, ਮੈਂ ਵੀ ਉਹਦੇ ਕੋਲੋਂ ਲੈਣਾ, ਮੈਂ ਵੀ ਉਹਦੇ ਕੋਲੋਂ ਲੈਣਾ, ਛੱਲਾ ਭਾਬੀਏ ਨੀ ਜਦੋਂ ਹੋਵਣ ਜਾਰਾ, ਕੱਲਾ ਭਾਬੀਏ ਨੀ ਜਦੋਂ ਹੋਵਣ ਜਾਰਾ, ਕੱਲਾ ਭਾਬੀਏ ਨੀ ਜਦੋਂ ਹੋਵਣ ਜਾਰਾ ਹੋ। ਕੀ ਬਾਤ ਹੈ ਜੀ, ਬਹੁਤ ਜੀ ਕੁਝ ਕਹਿਣਾ। ਮੈਂ ਅੱਜ ਦੱਸਣਾ ਚਾਹੁੰਦੀ ਸੀ, ਜਦੋਂ ਸਾਹਿਬ ਦਾ ਪਹਿਲੀ ਵਾਰੀ ਆਡੀਸ਼ਨ ਸੀਗਾ, ਤੇ ਇਹ ਜਿਹੜਾ Song ਹੈ, ਮੈਂ ਮਤਲਬ ਮੈਨੂੰ ਬਹੁਤ ਸੁਣਨ ਦਾ ਸ਼ੌਂਕ ਹੁੰਦਾ ਸੀ। ਮੈਂ ਕਿਚਨ 'ਚ ਕੰਮ ਕਰਨਾ, ਘਰ ਦੇ ਵਿੱਚ ਸਫਾਈ ਕਰਨੀ, ਮੈਨੂੰ ਗਾਣੇ ਸੁਣਨ ਦਾ ਬਹੁਤ ਸ਼ੌਂਕ ਹੁੰਦਾ ਸੀਗਾ। ਤੇ ਨੁਸਰਤ ਫਤਿਹ ਅਲੀ ਜੀ ਨੂੰ ਸੁਣਨਾ, ਮਤਲਬ ਜਿੰਨੇ ਵੀ ਸੁਰੀਲੇ ਕਲਾਕਾਰ ਹੁੰਦੇ ਸੀ ਮੈਂ ਉਹਨਾਂ ਨੂੰ ਸੁਣਨਾ। ਤੇ ਉਸ ਤੋਂ ਬਾਅਦ ਮੇਰੇ ਬੱਚਿਆਂ ਦੇ ਵਿੱਚ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ।
ਫਿਰ ਮੈਂ ਕਿਹਾ ਚਲੋ ਮੇਰਾ ਸ਼ੌਂਕ ਅਧੂਰਾ ਰਹਿ ਗਿਆ, ਪਰ ਮੈਂ ਜੋ ਇਹਨਾਂ ਦੀ ਡਰੈਸ ਦਾ ਔਰ ਸਿੰਗਿੰਗ ਦਾ ਜੋ ਵੀ ਡਿਸੀਜਨ ਉਹ ਸਾਹਿਬ ਨੂੰ ਮੈਂ ਦੱਸਣਾ, ਸਾਹਿਬ ਤੂੰ ਆਹ Song ਕਰਨਾ ਹੈ, ਸਾਹਿਬ ਤੂੰ ਆਹ ਗਾਣਾ ਹੈ, ਤੂੰ ਐਵੇਂ ਕਰਨਾ। ਮਤਲਬ ਜਿੱਦਾਂ ਜਿੱਦਾਂ ਇਹਨਾਂ ਨੇ ਉਹ Song ਦੀ ਤਿਆਰੀ ਕਰਨੀ ਤੇ ਉਹ ਇਹਨੂੰ ਅੱਛਾ ਮਤਲਬ ਵਧੀਆ ਉਸ ਗੱਲ ਦਾ ਰਿਜ਼ਲਟ ਮਿਲਣਾ ਨਾ, ਤਾਂ ਮੈਨੂੰ ਖੁਸ਼ੀ ਹੋਣੀ ਕਿ ਜੇ ਮੈਂ ਸਾਹਿਬ ਨੂੰ ਜੋ ਵੀ ਦੱਸ ਰਹੀ ਹਾਂ ਤਾਂ ਉਹਨੂੰ ਉਹਦਾ ਅੱਛਾ ਸਿਲਾ ਮਿਲ ਰਿਹਾ, ਤਾਂ ਮੈਨੂੰ ਬੜੀ ਖੁਸ਼ੀ ਹੋਣੀ ਵੀ ਜਿੱਦਾਂ ਮੈਂ ਹੀ ਕਰ ਰਹੀ ਹਾਂ ਇਹ ਕੰਮ, ਹੈ ਨਾ। ਸਿੰਗਿੰਗ ਇਹ ਹੁਣ ਜਿਹੜਾ Song ਤੁਹਾਨੂੰ ਸੁਣਾਇਆ ਇਹ ਮੇਰੀ ਚੁਆਇਸ ਸੀਗੀ। ਮੈਂ ਕਿਹਾ ਸਾਹਿਬ ਇਹਦੀ ਤਿਆਰੀ ਕਰ ਤੂੰ, ਔਰ ਉੱਥੇ PTC ਤੇ ਵੀ ਬਹੁਤ ਉਹਨਾਂ ਨੇ ਲਾਈਕ ਕੀਤਾ, ਪਸੰਦ ਕੀਤਾ ਸਾਰਿਆਂ ਨੇ ਗਾਣਾ। ਤਾਂ ਹੁਣ ਵੀ ਮੈਂ ਇਹਨੂੰ ਮਤਲਬ ਇਹਨਾਂ ਨੂੰ ਬੱਚਿਆਂ ਨੂੰ ਕਰਦੀ ਰਹਿੰਦੀ, ਬੇਟਾ ਆਹ ਗਾਓ, ਤੁਸੀਂ ਡਰੈਸ ਸੈਂਸ ਤੁਹਾਡੀ ਇਦਾਂ ਦੀ ਹੋਣੀ ਚਾਹੀਦੀ ਆ। ਔਰ ਜਿਹੜੇ ਇਹਨਾਂ ਦੇ ਪੰਜਾਬੀ ਸੂਟ ਨੇ ਉਹ ਵੀ ਮੈਂ ਖੁਦ ਰੈਡੀ ਕਰਦੀ ਹਾਂ, ਇਹਨਾਂ ਦੀ ਤਿਆਰ ਕਰਦੀ ਹਾਂ ਪੰਜਾਬੀ, ਹੈ ਨਾ। ਤਾਂ ਛੋਟੀਆਂ ਛੋਟੀਆਂ ਦੀ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦੀ ਹਾਂ। ਦੋਨੋਂ ਭੈਣਾਂ ਸੀ ਤੇ ਇਹਨਾਂ ਨੂੰ ਨਾ ਮੈਂ ਹਮੇਸ਼ਾ ਇੱਕੋ ਜਿਹੇ ਹੀ ਕੱਪੜੇ ਲੈ ਕੇ ਦਿੰਦੀ ਹੁੰਦੀ ਸੀਗੀ। ਕੱਪੜੇ ਲੈ ਕੇ ਦਿੱਤੇ ਤੇ ਕਹਿੰਦੀ ਮੰਮੀ ਦੂਸਰੇ ਦਿਨ ਮੈਰਿਜ ਹੈ, ਵੀ ਹੁਣ ਤੁਸੀਂ ਚੇਂਜ ਕਰੋ ਸਾਡੀ ਡਰੈਸ। ਮੈਂ ਕਿਹਾ ਇੱਦਾਂ ਕਰ, ਤੂੰ ਇਹਦੀ ਡਰੈਸ ਪਾ ਲੈ ਤੇ ਤੂੰ ਇਹਦੀ ਡਰੈਸ ਪਾ ਲੈ, ਹੋ ਗਈ ਚੇਂਜ। ਚਲੋ ਇੱਕ ਵਾਰ ਇਹ ਹੋ ਗਿਆ। ਤੇ ਪ੍ਰੋਗਰਾਮ ਤੇ ਕਹਿੰਦੀ ਮੰਮੀ ਮੈਂ ਹੁਣ ਅਸੀਂ ਆਹ ਸੂਟ ਪਾ ਲਿਆ, ਹੁਣ ਅਸੀਂ ਕੀ ਕਰੀਏ। ਮੈਂ ਕਿਹਾ ਹੁਣ ਤੁਸੀਂ ਕ੍ਰਾਸ ਡਰੈਸ ਪਾਉਣੀ ਆ, ਤੁਸੀਂ ਇਹਦੀ ਮਤਲਬ ਸ਼ਰਟ ਇਹਦੀ ਤੁਸੀਂ ਪਾਉਣੀ ਆ, ਇਹਦੀ ਸ਼ਰਟ ਤੁਸੀਂ ਪਾਉਣੀ ਆ। ਤਾਂ ਡਿਜ਼ਾਈਨਰ ਵੀ ਮੈਂ ਇਹਨਾਂ ਦੀ ਹੈਗੀ ਆ, ਡਰੈਸ ਡਿਜ਼ਾਈਨਰ ਵੀ ਹੈਗੀ ਆ। ਤੇ ਪਾਰਲਰ ਦਾ ਮੈਂ ਕੀਤਾ ਹੋਇਆ ਥੋੜਾ ਬਹੁਤਾ, ਮੈਂ ਬੱਚਿਆਂ ਦੀ ਉਹਦੇ 'ਚ ਵੀ ਹੈਲਪ ਕਰਦੀ ਰਹਿੰਦੀ ਹਾਂ। ਹਾਂਜੀ ਚਲੋ ਵਧੀਆ, ਬਹੁਤ ਵਧੀਆ ਨਾ। ਮੰਮਾ ਪਾਪਾ ਨਾਲ ਹੁਣ ਇੱਕ ਸੁਪਨਾ ਲੈ ਕੇ ਤੁਰੇ ਹੋਏ ਹੋ ਕਿ ਬਾਹਰ ਵੀ ਜਾਣਾ ਹੈਗਾ, ਹਨਾ। ਤੇ ਜਿੰਨਾ ਕੁ ਚਲੋ ਇਹਦੇ ਚ ਆਉਂਦਾ ਆ ਉਸ ਨਾਲ ਤੁਸੀਂ ਘਰ ਦਾ ਗੁਜ਼ਾਰਾ ਤੋਰੀ ਜਾਂਦੇ ਹੋ। ਕੀ ਕਹਿਣਾ ਚਾਹੋਗੇ? ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿੰਨਾ ਕੁ ਵੀ ਹੋ ਸਕਿਆ ਸਾਡੇ ਤੋਂ ਐਫਰਟਸ ਅਸੀਂ ਓਨੀ ਮਿਹਨਤ ਕਰ ਰਹੇ ਹਾਂ, ਹੈ ਨਾ। ਬਾਕੀ ਇਹ ਕਿ ਜਿਹੜੀ ਸਾਨੂੰ ਜਨਤਾ ਦੇਖ ਰਹੀ ਹੈ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਕਿ ਕਲਾਕਾਰ ਨੂੰ, ਆਰਟਿਸਟ ਨੂੰ, ਹੈ ਨਾ, ਅੱਗੇ ਤੱਕ ਲੈ ਕੇ ਜਾਣਾ। ਅਸੀਂ ਆਪਣੀ ਮਿਹਨਤ ਕਰਦੇ ਰਵਾਂਗੇ ਤੇ ਉਹਨਾਂ ਦੀਆਂ ਦੁਆਵਾਂ ਤੇ ਇੱਦਾਂ ਪਿਆਰ ਮਿਲਦਾ ਰਿਹਾ ਤਾਂ ਹੋਪ ਕਿ ਅਸੀਂ ਵੀ ਉਸ ਜਿਹੜਾ ਸੁਪਨਾ ਟਾਰਗੇਟ ਲੈ ਕੇ ਚੱਲੇ ਹਾਂ ਅਸੀਂ ਵੀ ਉਸ ਦਿਨ ਪਹੁੰਚਾਂਗੇ ਉੱਥੇ। ਸੋ ਹਾਂਜੀ, ਬਿਲਕੁਲ ਜੀ, ਬਹੁਤ ਧੰਨਵਾਦ ਸਾਹਿਬ ਐਂਡ ਪੁਨੀਤ ਐਂਡ ਮਾਤਾ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ। ਸੋ ਬਿਲਕੁਲ ਜੀ, ਇਹ ਧੀਆਂ ਨੇ ਔਰ ਧੀਆਂ ਦਾ ਹਮੇਸ਼ਾ ਸਤਿਕਾਰ ਕਰਿਆ ਕਰੋ ਕਿਉਂਕਿ ਇਹ ਕੁੜੀਆਂ ਬੜੀ ਮਿਹਨਤ ਕਰਦੀਆਂ ਨੇ। ਤੁਸੀਂ ਮਿੰਟ ਲਾਉਂਦੇ ਹੋ ਕੁਝ ਕਮੈਂਟ ਲਿਖਣ ਤੇ, ਤੁਸੀਂ ਪਿੱਛੇ ਇਹ ਵੀ ਨਹੀਂ ਸੋਚਦੇ ਕਿ ਇਹਨਾਂ ਦੇ ਪਿੱਛੇ ਕੀ ਚੱਲ ਰਿਹਾ ਹੋਏਗਾ। ਉਹਨਾਂ ਨੇ ਬੜੀ ਸੋਹਣੀ ਗੱਲ ਬੋਲੀ, ਕਹਿੰਦੇ ਤੁਸੀਂ ਕਹਿੰਦੇ ਹੋ ਕਿ ਨੱਚਦੀਆਂ ਗਾਉਂਦੀਆਂ ਨੇ, ਉਹ ਨੱਚਣਾ ਗਾਉਣਾ ਵੀ ਉਹਨਾਂ ਦੀ ਮਜਬੂਰੀ ਹੁੰਦੀ ਆ ਕਿਉਂਕਿ ਹਰ ਕਿਸੇ ਨੇ 2 ਟਾਈਮ ਦੀ ਰੋਟੀ ਤਾਂ ਖਾਣੀ ਹੁੰਦੀ ਆ। ਤਾਂ ਕਿਸਦਾਂ ਖਾਂਦੇ ਨੇ ਉਹ, ਫਿਰ ਵੀ ਵਿਹਲੇ ਬਹਿ ਕੇ ਨਹੀਂ ਜਾਂ ਠੂਠੇ ਮੰਗ ਕੇ ਫੜ ਕੇ ਜਿਹੜੇ ਮੰਗਣ ਨਹੀਂ ਤੁਰ ਰਹਿੰਦੇ, ਉਹ ਭਾਵੇਂ ਨੱਚ ਕੇ ਗਾ ਲੈਂਦੇ ਨੇ ਜਾਂ ਖਾ ਲੈਂਦੇ ਨੇ ਤਾਂ ਉਹ ਕੁਛ ਕਮਾ ਕੇ ਤਾਂ ਲੈ ਕੇ ਆਉਂਦੇ ਨੇ, ਘਰ ਦਾ ਗੁਜ਼ਾਰਾ ਤਾਂ ਤੋਰਦੇ ਨੇ। ਪਰ ਐ ਤਾਂ ਨਹੀਂ ਆ ਕਿ ਸੜਕਾਂ ਤੇ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਕਿ ਅੱਲਾ ਕੇ ਨਾਮ ਪੇ ਦੇ ਦੇ ਬਾਬਾ। ਸੋ ਆਹ ਚੀਜ਼ਾਂ ਨਹੀਂ ਹੈਗੀਆਂ। ਸੋ ਅਸੀਂ ਜ਼ਰੂਰ ਕਵਾਂਗੇ ਕਿ ਕਮੈਂਟ ਕਰਨ ਲੱਗੇ ਵੀ ਬਈ 100 ਵਾਰ ਸੋਚਿਆ ਕਰੋ ਕਿ ਇਹ ਵੀ ਕਿਸੇ ਦੀਆਂ ਧੀਆਂ ਨੇ। ਜਦੋਂ ਲੰਘਦੀਆਂ ਨੇ ਜਾਂ ਕਿਸੇ ਗਾਉਂਦੀਆਂ ਨੇ ਉੱਥੇ ਆਪਣੀਆਂ ਧੀਆਂ ਸਮਝ ਕੇ ਸਪੋਰਟ ਕਰਿਆ ਕਰੋ ਕਿ ਇਹਨਾਂ ਨੇ ਜੋ ਸੁਪਨੇ ਸੋਚੇ ਹੋਏ ਨੇ, ਆਪਣੀ ਮਾਂ-ਬਾਪ ਦਾ, ਪਾਪਾ ਦਾ ਵੀ ਇਲਾਜ ਕਰਵਾਉਂਦੇ ਨੇ, ਘਰ ਦਾ ਰੈਂਟ ਤੱਕ ਭਰਦੀਆਂ ਨੇ। ਸੋ ਇਹ ਲੋੜ ਹੈ ਇਹਨਾਂ ਨੂੰ ਤੁਹਾਡੀ ਮਦਦ ਦੀ। ਤਾਂ ਮਦਦ ਕਿੱਦਾਂ ਮੰਗੀ ਇਹਨਾਂ ਨੇ? ਕੰਮ ਮੰਗਿਆ। ਇਹ ਨਹੀਂ ਕਿਹਾ ਕਿ ਸਾਨੂੰ ਆ ਕੇ ਸਾਡੇ ਘਰੇ ਤੁਸੀਂ ਪੈਸਾ ਦੇ ਕੇ ਜਾਓ, ਇਹਨਾਂ ਨੇ ਕਿਹਾ ਕਿ ਸਾਨੂੰ ਕੰਮ ਦੇ ਦਿਓ। ਤਾਂ ਅਸੀਂ ਚਾਹਾਂਗੇ ਕਿ ਜਦੋਂ ਵੀ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਹੈ, ਘਰ 'ਚ ਕੋਈ ਰੌਣਕ ਆਉਂਦੀ ਆ, ਤਾਂ ਇਹਨਾਂ ਧੀਆਂ ਨੂੰ ਰੌਣਕਾਂ ਲਾਉਣ ਦੇ ਲਈ ਜ਼ਰੂਰ ਬੁਲਾਇਓ। ਤੁਹਾਡੇ ਵਿਹੜੇ 'ਚ 4 ਚੰਨ ਆਉਣਗੀਆਂ। ਹੁਣ ਤੁਹਾਡੇ ਤੋਂ ਲਵਾਂਗੇ ਆ ਗਿਆ ਸਹਿਯੋਗੀ ਸੁਰਿੰਦਰ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।